ਰੇਡੀਓ ਇੰਡੀਆ KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਦੂਸਰੇ ਪੜਾਅ ਦੇ ਵਿੱਚ ਹਾਰਦਿਕ ਸਵਾਗਤ। ਮੇਰੇ ਯਾਨੀ ਬਲਦੇਵ ਸਿੰਘ ਭਾਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਕਿਸੇ ਵੀ ਵਕਤ ਸਾਡੇ ਨਾਲ ਲਾਈਵ ਜੁੜ ਸਕਦੇ ਹੋ। ਸਾਡਾ ਸਟੂਡੀਓ ਦਾ ਨੰਬਰ ਹੈ 604 592 9191 604 592 9191। ਪ੍ਰੋਗਰਾਮ ਪੰਜਾਬੀ ਆਵਾਜ਼ ਦੀ ਵਿਧੀਵਤ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਫਿਰ ਪੜਾਅ ਦਰ ਪੜਾਅ ਅੱਗੇ ਵਧਾਂਗੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਪੜਾਅ ਦੇ ਵਿੱਚ। ਗੁੱਡ ਮਾਰਨਿੰਗ। ਵੈਰੀ ਗੁੱਡ ਮਾਰਨਿੰਗ ਸਰ। ਸਭ ਤੋਂ ਪਹਿਲੀ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਹਾਂ ਉਹ ਹੈ ਕਿ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਫੈਡਰਲ ਸਰਕਾਰ ਦੇ ਤੇਲ ਗੈਸ ਉਤਪਾਦਨ 'ਚ ਕਟੌਤੀ ਕਰਨ ਤੇ ਜਿਹੜੇ ਨੈਟ ਜ਼ੀਰੋ ਦੇ ਮੈਂਡੇਟ ਤੋਂ ਨਿਰਾਸ਼ ਹੈ। ਉਹ ਕਹਿ ਰਹੀ ਹੈ ਕਿ ਇਹ ਸੰਵਿਧਾਨ ਦੇ ਉਲਟ ਹੈ ਤੇ ਇਹ ਨੁਕਸਾਨਦਾਇਕ ਵੀ ਹੋ ਸਕਦੀ ਹੈ। ਤੁਹਾਡਾ ਕੀ ਮੰਨਣਾ ਜੀ? ਇਹ ਦੇਖੋ, ਜਿੰਨੇ ਵੀ ਦੁਨੀਆ ਦੇ ਵਿੱਚ ਸੰਘੀ ਢਾਂਚੇ ਹਨ ਜੀ, ਫੈਡਰਲ ਢਾਂਚੇ ਹੈ ਜੀ, ਜਿਹਦੇ ਨੈਸ਼ਨਲ ਸਰਕਾਰ ਵੀ ਹੈਗੀ ਹੈ, ਸੂਬਿਆਂ ਦੀ ਸਰਕਾਰ ਵੀ ਹੈਗੀ ਹੈ, ਇਹਨਾਂ ਦੇ ਵਿੱਚ ਕੋਈ ਨਾ ਕੋਈ ਪੰਗਾ ਪਿਆ ਹੀ ਰਹਿੰਦਾ ਹੈ। ਉਹਨਾਂ ਦੀਆਂ ਕਿਸੇ ਦੀਆਂ ਪਾਲਿਸੀਜ਼ ਹੋਰ ਤਰ੍ਹਾਂ ਦੀਆਂ ਹੁੰਦੀਆਂ, ਦੂਜਿਆਂ ਦੀਆਂ ਹੋਰ ਤਰ੍ਹਾਂ। ਫਿਰ ਹਰੇਕ ਨੂੰ ਧਮਕੀ ਦੇਣਗੇ ਕਿ ਗੈਰ ਸੰਵਿਧਾਨਕ ਆ। ਅਸੀਂ ਹੁਣੇ ਗੱਲਾਂ ਕਰਦੇ ਹਟੇ ਹਾਂ ਜੀ ਕਿ ਈਵਨ ਪੰਜਾਬ ਵਿਧਾਨ ਸਭਾ ਦਾ ਜਿਹੜਾ ਕਹਿੰਦੇ ਸੈਸ਼ਨ ਵੀ ਗੈਰ ਸੰਵਿਧਾਨਕ ਹੈ। ਬਿਲਕੁਲ ਜੀ। ਤੇ ਇਹਨਾਂ ਨੇ ਵੀ ਗੈਰ ਸੰਵਿਧਾਨਕ ਕਹਿਤਾ। ਸਾਡੇ ਹੁਣ ਜਦੋਂ ਵੀ ਕਿਸੇ ਵੀ ਦੇਸ਼ ਦਾ ਜਿਹੜਾ ਕਨਸਟੀਟਿਊਸ਼ਨ ਹੈ ਫੈਡਰਲ ਢਾਂਚੇ ਵਾਲਾ, ਉਹ ਪਹਿਲਾਂ ਲਿਸਟ ਕਰਦਾ ਹੈ ਕਿ ਫੈਡਰਲ ਸਰਕਾਰ ਦੇ ਕੋਲ ਜੂਰਿਸਡਿਕਸ਼ਨ ਅਧਿਕਾਰ ਖੇਤਰ ਕਿਹੜੇ-ਕਿਹੜੇ ਆ ਜੀ, ਜਿਨ੍ਹਾਂ ਦੇ ਵਿੱਚ ਕਿਸੇ ਵੀ ਸੂਬੇ ਦਾ ਕੋਈ ਹੱਕ ਨਹੀਂ ਹੈ ਜੀ। ਕੁਝ ਕਿਹੜੇ ਸੂਬੇ ਦੇ ਕੋਲ ਅਧਿਕਾਰ ਆ ਜਿਨ੍ਹਾਂ ਦੇ ਵਿੱਚ ਫੈਡਰਲ ਸਰਕਾਰ ਨਹੀਂ ਦਖਲ ਨਹੀਂ ਦੇ ਸਕਦੀ, ਕੁਝ ਨਹੀਂ ਕਰ ਸਕਦੀ। ਜੀ। ਤੇ ਇੱਕ ਹੁੰਦੇ ਆ ਜਿਹੜੇ ਸਾਂਝੇ ਅਧਿਕਾਰ ਆ, ਕਨਕਰੈਂਟ ਲਿਸਟ ਜਿਹਨੂੰ ਅਸੀਂ ਕਹਿੰਦੇ ਆ। ਉਹਨਾਂ ਦੇ ਵਿੱਚ ਦੋਨੋਂ ਜਾਣੇ ਉਹ ਜੂਰਿਸਡਿਕਸ਼ਨ ਇਹ ਹੀ ਆ ਵੀ ਅਧਿਕਾਰ ਰੱਖਦੇ ਦੋਵੇਂ ਕਿਤੇ ਦੋਏ ਜਾਣੇ ਰਲ ਕੇ ਕੰਮ ਕਰ ਸਕਦੇ ਹੋ। ਜੀ, ਜੀ। ਤੇ ਸਰਦਾਰੀ ਫੇਰ ਵੀ ਉਹਦੇ ਵਿੱਚ ਜਿਹੜੀ ਕੇਂਦਰ ਦੀ ਹੁੰਦੀ ਆ, ਫੈਡਰਲ ਸਰਕਾਰ ਦੀ ਸਰਦਾਰੀ ਹੁੰਦੀ ਆ ਜੀ। ਜਿਵੇਂ ਸਾਡੇ ਇਮੀਗ੍ਰੇਸ਼ਨ ਆ, ਐਗਰੀਕਲਚਰ ਆ ਜੀ, ਤੇ ਸਰਦਾਰੀ ਤਾਂ ਹਾਲੇ ਵੀ ਫੈਡਰਲ ਗਵਰਨਮੈਂਟ ਦੀ ਆ। ਬਿਲਕੁਲ। ਤੇ ਇਹਦੇ ਵਿੱਚੋਂ ਫਿਰ ਇੱਕ ਏਰੀਆ ਹੈਗਾ ਵੀ ਜਿਹੜਾ ਤੁਸੀਂ ਸੰਵਿਧਾਨ ਲਿਖਦੇ ਆ, ਉਸ ਵੇਲੇ ਸਾਰੇ ਹੀ ਤਾਂ ਜੂਰਿਸਡਿਕਸ਼ਨ ਨਹੀਂ ਪਤਾ ਹੁੰਦਾ ਜੀ। ਸਾਡਾ ਓਰੀਜਨਲ ਸੰਵਿਧਾਨ ਆ 1867 ਦਾ ਲਿਖਿਆ ਹੈ ਜੀ। ਸੋ 1867 ਦੇ ਵਿੱਚ ਜਿਹਦਾ ਸਾਈਬਰ ਕ੍ਰਾਈਮ ਹੋਇਆ ਤਾਂ ਸ਼ਬਦ ਹੀ ਨਹੀਂ ਹੋਣਾ ਉਦੋਂ, ਪਤਾ ਹੀ ਨਹੀਂ ਵੀ ਇਹ ਵੀ ਹੋ ਸਕਦੀ ਹੈ ਕਿਤੇ ਗੱਲ, ਕੋਈ ਚੀਜ਼ ਸਪੇਸ ਵਾਲੀ ਕੋਈ ਗੱਲ ਹੋ ਸਕਦੀ ਹੈ। ਸਾਰੀਆਂ ਗੱਲਾਂ ਆਮ ਥੱਲੇ ਵਾਲੀਆਂ ਹੁੰਦੀਆਂ, ਕੋਈ ਹਵਾਈ ਜਹਾਜ਼ਾਂ ਬਾਰੇ ਨਹੀਂ ਗੱਲ ਹੋਣੀ। ਤੇ ਉਹਨੂੰ ਕਹਿੰਦੇ ਇਹ ਰੈਜ਼ੀਡੂਅਲ ਪਾਵਰਸ ਜੀ। ਤੇ ਸਾਡਾ ਤੇ US ਦਾ ਫਰਕ ਇੰਨਾ ਆ ਕਿ ਕੈਨੇਡਾ ਦੇ ਵਿੱਚ ਉਹ ਰੈਜ਼ੀਡੂਅਲ ਪਾਵਰ ਜਿਹੜੀਆਂ ਆ ਉਹ ਦਿੱਤੀਆਂ ਸੀ ਫੈਡਰਲ ਸਰਕਾਰ ਨੂੰ, ਜਿਹੜੀ ਵੀ ਮੈਂਸ਼ਨ ਨਹੀਂ ਕੀਤੀ ਜੀ। ਇਹ 29 ਜਿਹੜੇ ਅਧਿਕਾਰ ਖੇਤਰ ਆ ਫੈਡਰਲ ਗਵਰਨਮੈਂਟ ਦਾ, 16 ਇਹਨਾਂ ਦੇ ਕੋਲ ਸੂਬਿਆਂ ਦੇ ਕੋਲ ਆ, 2 ਕਨਕਰੈਂਟ। ਤੇ ਜੇ ਕੋਈ ਮੈਂਸ਼ਨ ਨਹੀਂ ਕੀਤੀ, ਜੇ ਪਤਾ ਹੀ ਨਹੀਂ ਹੈ ਕਿਸੇ ਨੂੰ, ਉਹ ਅਸਿਊਮ ਕਰਦੇ ਆ ਅਸੀਂ ਵੀ ਉਹ ਫੈਡਰਲ ਗਵਰਨਮੈਂਟ ਦੇ ਕੋਲ ਆ। ਤੇ US ਦੇ ਵਿੱਚ ਉਲਟਾ ਆ ਜੀ। ਤਾਂ ਹੀ ਉਹਨਾਂ ਨੂੰ ਕਹਿੰਦੇ ਵੀ ਅਸਲੀ ਜਿਹੜਾ ਸੰਘੀ ਢਾਂਚਾ US ਦਾ ਹੈ। ਉਹ ਕਹਿੰਦੇ ਵੀ ਜੇ ਕੋਈ ਵੀ ਨਵੀਂ ਚੀਜ਼ ਆ ਜਾਂਦੀ ਹੈ ਜਿਹਦਾ ਪਤਾ ਹੀ ਨਹੀਂ ਸਾਨੂੰ, ਤਾਂ ਉਹ ਪਾਵਰ ਜਿਹੜੀ ਆ ਸੂਬਿਆਂ ਦੇ ਕੋਲ ਆ ਜੀ। ਤੇ ਸਾਡੇ ਇਹ ਪੰਗਾ ਪਿਆ ਰਹਿੰਦਾ। ਹੁਣ ਪੰਗਾ ਪੈ ਗਿਆ ਵੀ ਜਿਹੜੀ ਲਿਬਰਲ ਪਾਰਟੀ ਤੇ NDP ਦੀ ਆਈਡੀਓਲੋਜੀ ਆ, ਇਹ ਕਹਿੰਦੇ ਕਿ ਨੈਟ ਜ਼ੀਰੋ ਐਮਿਸ਼ਨਜ਼ ਹੋਣੇ ਚਾਹੀਦੇ ਆ। ਨੈਟ ਜ਼ੀਰੋ ਦਾ ਅਸੀਂ ਕੱਲ ਵੀ ਗੱਲ ਕਰਦੇ ਸੀ, ਜਿਨ੍ਹਾਂ ਦੇ ਵਿੱਚ ਇਲੈਕਟ੍ਰਿਕ ਵਹੀਕਲਸ ਆ, ਜਿਹੜੀਆਂ ਪੁਰਾਣੀਆਂ ਫੋਸਲ ਫਿਊਲ ਜਿਹਨਾਂ ਨੂੰ ਕਹਿੰਦੇ ਆ, ਕੋਲਾ, ਆਇਲ ਐਂਡ ਗੈਸ, ਇਹ ਬਰਨ ਕਰਨੇ ਬੰਦ ਕੀਤੇ ਹੋਏ ਤਾਂ ਕਿ ਇੱਥੇ ਕਾਰਬਨ ਐਮਿਸ਼ਨ ਜਿਹੜੀ ਅਸੀਂ ਬੰਦ ਕੀਤੀ। ਬਿਲਕੁਲ। ਤੇ ਇਹ ਉਹਨਾਂ ਨੇ ਪਾਲਿਸੀ ਬਣਾਈ ਆ ਫੈਡਰਲ ਤੌਰ ਤੇ ਵੀ ਸਾਡੇ ਇੱਕ ਜ਼ਮਾਨੇ ਦੇ ਵਿੱਚ ਐਮਿਸ਼ਨਜ਼ ਜਿਹੜੇ ਆ ਉਹ ਨੈਟ ਜ਼ੀਰੋ, ਮਤਲਬ ਕਾਰਬਨ ਸਾਡਿਓਂ ਆ ਜਾਵੇ ਹੀ ਨਹੀਂ ਇੱਥੋਂ ਜੀ। ਤੇ ਇਹ ਇੰਟਰਨੈਸ਼ਨਲ ਕਮਿਟਮੈਂਟ ਵੀ ਹੈ ਸਾਡੀ। ਪਹਿਲਾਂ ਇਹਨਾਂ ਨੇ ਪਾਸ ਕੀਤਾ ਸੀ ਲਾਅ
ਕਿ ਜੇ ਅਸੀਂ ਜਿੰਨੀ ਵੀ ਏਡ ਦਿੰਨੇ ਆ ਦੂਜੇ ਦੇਸ਼ਾਂ ਨੂੰ, ਜੀ, ਜਿੰਨੇ ਪੈਸੇ ਦਿੰਨੇ ਆ, ਲੋਨ ਵਗੈਰਾ ਦਿੰਨੇ ਆ, ਅਸੀਂ ਕਦੇ ਵੀ ਉਸ ਇੰਡਸਟਰੀ ਨੂੰ ਨਹੀਂ ਦੇਣੇ ਜਿਹੜੀ ਕਾਰਬਨ ਐਮਿਸ਼ਨ ਪੈਦਾ ਕਰਦੀ ਹੈ। ਜੀ, ਪਹਿਲਾ ਪੜਾਅ ਉਹ ਸੀ ਜੀ। ਤੇ ਹੁਣ ਇਹਨਾਂ ਨੇ ਕਹਿੰਦੇ ਉਹੀ ਪੜਾਅ ਜਿਹੜਾ ਉਹ ਪਾਲਿਸੀ ਜਿਹੜੀ ਅਸੀਂ ਨੈਸ਼ਨਲੀ ਲਾਗੂ ਕਰਨੀ ਹੈ ਜੀ। ਹੁਣ ਪ੍ਰੋਬਲਮ ਤਾਂ ਇਹ ਹੈ ਵੀ ਜਿਹੜੇ ਕਈ ਸੂਬੇ ਹੈਗੇ ਜਿਨ੍ਹਾਂ ਦੇ ਕੋਲ ਉਹ ਚੀਜ਼ਾਂ ਹੈ ਹੀ ਨਹੀਂ, ਖਾਸ ਤੌਰ ਤੇ ਐਗਰੀਕਲਚਰ, ਜਿਵੇਂ ਸਸਕੈਚੁਅਨ ਪਹਿਲਾਂ ਐਗਰੀਕਲਚਰ ਹੀ ਹੁੰਦਾ ਸੀ, ਹੁਣ ਜ਼ਿਆਦਾ ਆਇਲ ਗੈਸ ਵੀ ਉਹਨਾਂ ਨੂੰ ਲੱਭਾ, ਪਰ ਪਹਿਲਾਂ ਉਹ ਖੇਤੀਬਾੜੀ ਜ਼ਿਆਦਾ ਕਰਦੇ ਹੁੰਦੇ ਸੀ, ਤਾਂ ਉਹਨਾਂ ਨੂੰ ਥੋੜੀ ਟ੍ਰਾਂਜੀਸ਼ਨ ਸ਼ਾਇਦ ਸੌਖੀ ਹੋਵੇ। ਤੇ ਜਿਹੜੀ ਅਲਬਰਟਾ ਵਰਗੀ ਸਟੇਟ ਹੈ ਜਿਹਦਾ ਐਕਚੁਅਲੀ ਇਕਨੋਮੀ ਦਾ ਮੇਨ ਜਿਹੜੇ ਬੇਸ ਆ ਉਹ ਹੈ ਹੀ ਆਇਲ ਤੇ ਗੈਸ ਜੀ, ਜੋ ਉਹਨਾਂ ਦੀ ਇਕਨੋਮੀ ਸਰਵਾਈਵ ਇਸ ਤਰੀਕੇ ਨਾਲ ਕਰਦੀ ਹੈ ਵੀ ਇਹਨਾਂ ਦੇ ਕੋਲ ਆਇਲ ਤੇ ਗੈਸ ਬਹੁਤ ਹੈ ਜੀ। ਉਹ ਦੋਏ ਹੁਣ ਫੋਸਲ ਸਮਝਦੇ ਆ, ਫੋਸਲ ਫਿਊਲ ਆ। ਜੇ ਇਨਵੈਸਟਮੈਂਟ ਸਰਕਾਰ ਨਹੀਂ ਕਰੂਗੀ, ਪਹਿਲਾਂ ਸਰਕਾਰ ਨੇ ਇੱਥੇ ਕੀਤੀ ਜਦੋਂ ਪਾਈਪਲਾਈਨ ਸਰਕਾਰ ਨੇ ਖਰੀਦੀ ਆ ਜੀ, ਜਿਹਨੂੰ ਬਲੌਕ ਕਰ ਰਹੇ ਸੀ, ਪ੍ਰਾਈਵੇਟ ਕੰਪਨੀ ਸੀ, ਉਹਨਾਂ ਨੇ ਕਹਿਤਾ ਹੋਣਾ ਫੈਡਰਲ ਗਵਰਨਮੈਂਟ ਨੂੰ ਸਾਨੂੰ ਤਾਂ ਜਾਂ ਬਣਾਉਣ ਦਿਓ ਤੇ ਜਾਂ ਖਰੀਦ ਲਓ ਤੁਸੀਂ। ਇਹਨਾਂ ਨੇ ਜਸਟਨ ਟਰੂਡੋ ਨੇ ਚੱਕ ਕੇ ਖਰੀਦ ਲਈ, $4 ਬਿਲੀਅਨ, $40,000 ਮਿਲੀਅਨ ਖਰਚਿਆ ਉੱਤੇ, ਤਾਂ ਉਹ ਅੱਜ ਤੁਹਾਡੇ ਟੈਕਸ ਡਾਲਰ ਦਾ ਰਿਟਰਨ ਜਿਹੜੀ ਆ 0 ਆ ਜੀ। ਮਤਲਬ ਜੇ ਇੱਕ ਪੈਨੀ ਦੀ ਵੀ ਵੇਚਣੀ ਚਾਹੁੰਦੇ ਤਾਂ ਤੁਹਾਡੀ ਵਿਕਣੀ ਨਹੀਂ ਹੋਣੀ। ਬਿਲਕੁਲ। ਹਾਂ, ਜਿਹੜੀਆਂ ਪਾਈਪਲਾਈਨ ਪਈਆਂ ਹੋਈਆਂ ਸ਼ਾਇਦ ਕਿਸੇ ਕਬਾੜ ਚ ਤੋੜ ਕੇ ਵੇਚ ਸਕਦੇ, ਕੋਈ ਚੱਕ ਕੇ ਲੈ ਜਾਵੇ ਵੀ ਚਲੋ ਅਸੀਂ ਕਿਤੇ ਇਹਨੂੰ ਘਰ ਦੇ ਮੋਹਰੇ ਰੱਖਾਂਗੇ ਜੀ। ਅੱਛਾ, ਫਿਰ ਜਿਹੜੀ ਜਿੱਥੋਂ ਤੱਕ ਗੈਰ ਸੰਵਿਧਾਨਕ ਦੀ ਗੱਲ ਆ, ਉੱਥੇ ਸ਼ੀ ਇਜ਼ ਰੋਂਗ। ਉਹਨੂੰ ਇੱਕ ਕੇਸ ਪਹਿਲਾਂ ਵੀ ਲੜ ਚੁੱਕੇ ਆ ਪ੍ਰੋਵਿੰਸ ਵਾਲੇ, ਤਾਂ ਉਹਨਾਂ ਨੇ ਸੁਪਰੀਮ ਕੋਰਟ ਤੇ ਚੱਲ ਗਿਆ ਸੀ। ਸੁਪਰੀਮ ਕੋਰਟ ਨੇ ਕਿਹਾ ਵੀ 1867 ਦੇ ਵਿੱਚ ਤਾਂ এনवायरमेंट ਇਸ਼ੂ ਹੀ ਨਹੀਂ ਸੀ ਹੁੰਦੀ, ਤੇ ਇਸ ਕਰਕੇ ਇਸ਼ੂ ਬਣ ਗਏ ਸੀ ਵੀ ਇਹ ਸੂਬੇ ਦਾ ਅਧਿਕਾਰ ਆ ਜਾਂ ਇਹ ਫੈਡਰਲ ਗਵਰਨਮੈਂਟ ਦਾ ਅਧਿਕਾਰ ਆ। ਉਹਨਾਂ ਨੇ ਬੜਾ ਇੰਟਰਸਟਿੰਗਲੀ ਉਹਨਾਂ ਨੇ ਕਿਹਾ ਵੀ ਜਿਹੜਾ ਵਾਤਾਵਰਣ ਦਾ ਮੁੱਦਾ ਆ ਇਹ ਸਿਹਤ ਦੇ ਨਾਲ ਸੰਬੰਧਿਤ ਆ। ਕਈਆਂ ਬੰਦਿਆਂ ਨੂੰ ਇਹ ਮਾਰ ਦਿੰਦਾ ਹੈ। ਜੇ ਤੁਸੀਂ ਕੋਲ ਪਲਾਂਟ ਲਾਇਆ ਆ, ਉਹ ਕਿਸੇ ਦੇ ਸਾਡੇ ਲੰਗਸ ਖਰਾਬ ਕਰਦੀ ਆ, ਗੈਸ ਸਾਡੇ ਕੋਲ ਬਹੁਤ ਟੌਕਸਿਕ ਜਿਹੜੀਆਂ ਟੌਕਸਿਸਿਟੀ ਇਹਦੀ ਇੰਨੀ ਹੁੰਦੀ ਆ, ਉਹਦੇ ਨਾਲ ਮੌਤਾਂ ਹੁੰਦੀਆਂ। ਤਾਂ ਉਹਨਾਂ ਨੇ ਕ੍ਰਿਮੀਨਲ ਕੋਡ ਦੇ ਨਾਲ ਜੋੜ ਦਿੱਤਾ ਇਹ, ਕਹਿੰਦੇ ਵੀ ਇਹ ਕ੍ਰਿਮੀਨਲ ਅਫੈਂਸ ਆ ਐਕਚੁਅਲੀ, ਤੇ ਕ੍ਰਿਮੀਨਲ ਕੋਡ ਜਿਹੜਾ ਉਹ ਫੈਡਰਲ ਗਵਰਨਮੈਂਟ ਦੇ ਕੋਲ ਹੈ ਬਿਲਕੁਲ ਸਿੱਧੇ ਤੌਰ ਤੇ, ਤੇ ਇਸ ਕਰਕੇ ਤੁਹਾਡਾ ਦਾਵਾ ਖਾਰਜ ਕੀਤਾ ਜਾਂਦਾ। ਤਾਂ ਵੈਸੇ ਵੀ ਰੈਜ਼ੀਡੂਅਲ ਪਾਵਰ ਹੈ, ਤਾਂ ਉਹ ਵੈਸੇ ਫੈਡਰਲ ਗਵਰਨਮੈਂਟ ਦੀ ਆ ਕਿਉਂਕਿ ਸੂਬਿਆਂ ਦੇ ਕੋਲ ਆ ਨਹੀਂ ਸਕਦੀ, ਤੇ ਫੈਡਰਲ ਗਵਰਨਮੈਂਟ ਹੈ ਜੋ ਮਰਜੀ। ਇੱਕ ਹੈਗੀ ਆ ਸਾਡੇ ਕਲੌਜ਼ ਪੀਸ, ਆਰਡਰ ਐਂਡ ਗੁੱਡ ਗਵਰਨਮੈਂਟ, ਇਹਨੂੰ ਕਹਿੰਦੇ ਹੁੰਦੇ ਅਸੀਂ ਪੌਗ, ਛੋਟੀ ਕਰਕੇ ਪੌਗ ਕਲਾਸ ਆ ਜੀ। ਇਹਦੇ ਵਿੱਚ ਜੇ ਫੈਡਰਲ ਸਰਕਾਰ ਚਾਹੁੰਦੀ ਹੈ ਕੋਈ ਪ੍ਰੋਜੈਕਟ ਤੇ ਉਹ ਕਰ ਸਕਦੀ ਹੈ ਜੀ। ਮਤਲਬ ਉਹਨਾਂ ਦੀ ਇੰਨੀ ਪਾਵਰ ਹੈ, ਜੇ ਸਿਰਫ ਇੰਨਾ ਹੀ ਲਿਖ ਦੇਵੇ ਕਿ ਨੈਸ਼ਨਲ ਇੰਟਰਸਟ ਦੇ ਵਿੱਚ ਜੀ। ਜੇ ਜਿੱਦਾਂ ਕੱਲ ਨੂੰ ਇੱਥੋਂ ਕਹਿਣ ਵੀ ਬਿਲਡਿੰਗ ਢਾਹ ਕੇ ਤਾਂ ਅਸੀਂ ਹਾਈਵੇ ਬਣਾਉਣਾ, ਅਸੀਂ ਰੋਕ ਨਹੀਂ ਸਕਦੇ ਜੇ ਇਹ ਨੈਸ਼ਨਲ ਇੰਟਰਸਟ ਦੇ ਵਿੱਚ ਹੋਵੇ। ਬਿਲਕੁਲ। ਸੋ 2 ਕਲੌਜ਼ਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਨੈਸ਼ਨਲ ਇੰਟਰਸਟ ਦੇ ਵਿੱਚ ਚੀਜ਼ ਹੈ এনवायरमेंट, ਫਿਰ ਫੈਡਰਲ ਗਵਰਨਮੈਂਟ ਦਾ ਜੁਰਿਸਡਿਕਸ਼ਨ ਹੈ ਜੀ, ਪ੍ਰੋਵਿੰਸ ਦਾ ਕੋਈ ਜੁਰਿਸਡਿਕਸ਼ਨ ਨਹੀਂ। ਸੋ ਅਲਬਰਟਾ ਦੀ ਪ੍ਰੀਮੀਅਰ ਜੁਰਿਸਡਿਕਸ਼ਨ ਤੌਰ ਤੇ ਤਾਂ ਗਲਤ ਆ, ਪਰ ਬਾਕੀ ਉਹ ਠੀਕ ਆ ਵੀ ਇਕਨੋਮੀ ਉਹਨਾਂ ਦੀ ਜੇ ਆਇਲ ਤੇ ਗੈਸ ਤੇ ਆ ਤੇ ਉਹ ਆਪਣੇ ਇਕਨੋਮੀ ਲਈ ਲੜ ਰਹੀ ਹੈ ਜੀ। ਸੋ ਡਾਕਟਰ ਸਾਹਿਬ ਅਗਲੀ ਖਬਰ ਵੱਲ ਵਧਦੇ ਆ। ਨਾਰਥ ਕੈਰੋਲਿਨਾ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਰੋਜ਼ਲਬਰਗ, ਉਹ ਕਹਿ ਰਹੇ ਆ ਕਿ ਜਿਹੜੀਆਂ ਮੀਟਿੰਗਾਂ, ਜਿਨ੍ਹਾਂ ਨੇ ਕਹਿੰਦੇ ਨੌਕਰੀ ਕੀਤੀ ਹੈ ਉਹਨਾਂ ਨੂੰ ਜ਼ਿਆਦਾ ਪਤਾ ਹੈ ਵੀ ਜਿਹੜੀਆਂ ਮੀਟਿੰਗਾਂ ਬੁਨਿਆਦੀ ਸਮੱਸਿਆ ਨੂੰ ਹੋਰ ਉਲਝਾ ਦਿੰਦੀਆਂ ਤੇ ਉਹਨਾਂ 'ਚ ਸਮਾਂ ਹੀ ਬਰਬਾਦ ਹੁੰਦਾ, ਕੋਈ ਫਾਇਦਾ ਨਹੀਂ ਹੁੰਦਾ ਜੀ। ਜਿਨ੍ਹਾਂ ਨੇ ਦਫ਼ਤਰਾਂ 'ਚ ਕੰਮ ਕੀਤਾ ਹੋਣਾ ਜਾਂ ਜਿਹੜੇ ਈਵਨ ਬਿਜ਼ਨਸ ਵੀ ਕਰਦੇ ਆ, ਜਿਨ੍ਹਾਂ ਦੇ ਨਾਲ ਪਾਰਟਨਰ ਹੁੰਦੇ ਨਾ ਜੀ, ਸਾਰਿਆਂ ਨੂੰ ਪਤਾ ਹੋਣਾ ਵੀ ਮੀਟਿੰਗਾਂ ਇੰਨੀਆਂ ਕਰਦੇ ਆ, ਹਰ ਇੱਕ ਮਾਈਨਰ ਜਿਹੀ ਗੱਲ ਤੇ ਬਈ ਆਪਾਂ ਕਾਫੀ ਬ੍ਰੇਕ ਕਰਿਆ ਕਰੀ ਕਿ ਨਹੀਂ ਕਰਨਾ, ਚਲੋ ਮੀਟਿੰਗ ਕਰ ਲੈਂਦੇ ਆ, ਮੀਟਿੰਗ 'ਚ ਪਤਾ ਕਰਦੇ ਆ। ਅੱਛਾ, ਬੇਸਿਕਲੀ ਬੁਨਿਆਦੀ ਗੱਲ ਤਾਂ ਇਹਦੇ ਪਿੱਛੇ ਇਹ ਆ ਕਿ ਮੀਟਿੰਗ ਤੁਸੀਂ ਚਾਹੁੰਦੇ ਆ ਕਿ ਜਿੰਨੇ ਵੀ
ਸਾਡੇ ਪਾਰਟਨਰਸ ਨੇ ਜਿੰਨੇ ਦਫ਼ਤਰ ਦੇ ਵਿੱਚ ਬੰਦੇ ਕੰਮ ਕਰਦੇ ਆ ਅਸੀਂ ਉਹਨਾਂ ਦੀ ਫੀਡਬੈਕ ਲੈਨੇ ਡੈਮੋਕ੍ਰੈਟਿਕ ਹੈ। ਬਿਲਕੁਲ। ਜੇ ਤੁਸੀਂ ਇਕੱਲਾ ਹੀ ਬੰਦਾ ਸਾਰਾ ਕੁਝ ਦੱਸੀ ਜਾਂਦਾ ਉਹ ਇਦਾਂ ਲੱਗਦਾ ਵੀ ਡਿਕਟੇਟਰਸ਼ਿਪ ਚਲਾ ਰਿਹਾ। ਬਿਲਕੁਲ। ਤੇ ਲੋਕੀ ਬੜੇ ਦੁਖੀ ਹੁੰਦੇ ਆ ਵੀ ਜਿਹੜੀਆਂ ਜਦੋਂ ਮੀਟਿੰਗਸ ਹੁੰਦੀਆਂ ਖਾਸ ਤੌਰ ਤੇ ਦਫ਼ਤਰਾਂ ਦੇ ਵਿੱਚ ਸਵੇਰ ਨੂੰ ਲੋਕੀ ਜਾਂਦੇ ਆ ਤਾਂ ਪਹਿਲਾਂ ਮੀਟਿੰਗ ਹੀ ਹੁੰਦੀ ਹੈ ਜੀ। ਅੱਜ ਮੀਟਿੰਗ ਇਸ ਗੱਲ ਤੇ, ਅੱਜ ਮੀਟਿੰਗ ਇਸ ਤੇ ਇੱਕ ਉਹਦੇ ਤੇ ਇੱਕ ਤਾਂ ਹੁੰਦੀ ਆ ਗੱਲ ਕਿ ਜਿਹੜਾ ਸਬਜੈਕਟ ਮੈਟਰ ਆ ਜੀ ਉਹ ਇਦਾਂ ਦੀ ਗੱਲ ਨਹੀਂ ਹੁੰਦੀ ਵੀ ਉਹ ਤੁਹਾਨੂੰ ਮੀਟਿੰਗ ਉਹਦੀ ਜ਼ਰੂਰਤ ਆ ਵੀ ਜੇ ਤੁਸੀਂ ਸਾਨੂੰ ਈਮੇਲ ਹੀ ਕਰਕੇ ਦੱਸ ਦਿੰਦੇ ਆਹ ਵੀ ਆਹ ਗੱਲ ਕਰਨ ਲੱਗੇ ਆ ਜੀ ਵੀ ਅੱਜ ਤੋਂ ਬਾਅਦ ਅਸੀਂ 5 ਵਜੇ ਹਟਿਆ ਕਰਨਾ 4:30 ਨਹੀਂ ਹਟਿਆ ਕਰਨਾ ਜੀ ਇਹ ਚ ਮੀਟਿੰਗ ਕਰਨ ਦੀ ਕੋਈ ਲੋੜ ਨਹੀਂ। ਤੁਸੀਂ ਆਫਿਸ ਆਰਡਰ ਵੀ ਹੋ ਸਕਦਾ ਹੈ। ਇਹ ਤੁਸੀਂ ਪੁੱਛ ਸਕਦੇ ਆ ਪਹਿਲਾਂ ਫੀਡਬੈਕ ਲੈ ਸਕਦੇ ਆ ਤੁਸੀਂ ਈਮੇਲ ਤੇ ਵੀ ਕੋਈ ਬੰਦਾ ਹੈਗਾ ਵੀ ਜਿਹਨੂੰ ਪ੍ਰੋਬਲਮ ਹੈ। ਸ਼ਗਲਾ ਕਹਿੰਦਾ ਇੱਕ ਬੰਦਾ ਕਹਿੰਦਾ ਵੀ ਮੈਂ ਤਾਂ ਆਪਣੇ ਬੱਚੇ ਚੱਕਣੇ ਉਹ ਕਹਿੰਦਾ ਵੀ ਤੂੰ ਜਾਇਆ ਹੀ ਕੋਈ ਗੱਲ ਨਹੀਂ। ਅਸੀਂ ਤਾਂ ਸਿਰਫ ਬਾਅਦ ਦੇ ਵਿੱਚ ਉਦਾਂ ਹੀ ਐਕਸਟੈਂਸ਼ਨ ਜੇ ਕੀਤੀ ਸੀ ਕਈ ਵਾਰੀ ਵਰਕ ਥੋੜਾ ਜਿਹਾ ਕੰਮ ਰਹਿ ਜਾਂਦਾ ਹੈ ਪਰ ਇਹ ਲਾਗੂ ਕਰਨ ਵਾਲੀ ਏਡੀ ਵੱਡੀ ਗੱਲ ਨਹੀਂ ਹੈ ਵੀ ਇਹ ਸਾਰਿਆਂ ਦੇ ਲਾਗੂ ਕੀਤਾ ਜਾਵੇ ਫੋਰਸ ਕੀਤਾ ਜਾਵੇ। ਫਿਰ ਉੱਥੇ ਮੀਟਿੰਗ ਦੇ ਵਿੱਚ ਕਈ ਬੰਦੇ ਹੈਗੇ ਆ ਵੀ ਜਿਨ੍ਹਾਂ ਨੇ ਬੋਲਣਾ ਹੀ ਬੋਲਣਾ। ਤਾਂ ਪੁਰਾਣੀ ਕਹਾਵਤ ਹੈ ਨਾ ਵੀ ਸਿਆਣਾ ਬੰਦਾ ਬੋਲਦਾ ਆ ਤੇ ਕਿਉਂਕਿ ਉਹਦੇ ਕੋਲ ਕੁਝ ਬੋਲਣ ਨੂੰ ਹੁੰਦਾ ਹੈ। ਬਿਲਕੁਲ। ਤਾਂ ਮੂਰਖ ਬੋਲਦਾ ਆ ਕਿਉਂਕਿ ਉਹਨੇ ਬੋਲਣਾ ਹੀ ਹੁੰਦਾ। ਤਾਂ ਮੂਰਖ ਉੱਥੇ ਜ਼ਿਆਦਾ ਬੈਠੇ ਹੁੰਦੇ ਜਿਨ੍ਹਾਂ ਨੇ ਬੋਲਣਾ ਹੀ ਹੁੰਦਾ। ਬਿਲਕੁਲ। ਜਿਨ੍ਹਾਂ ਨੇ ਦਿਖਾਣਾ ਹੁੰਦਾ ਵੀ ਬੌਸ ਮੈਨੂੰ ਦੇਖੇ ਵੀ ਮੈਂ ਬੋਲਦਾ ਆ ਤੇ ਉਹਨਾਂ ਨੇ ਬੋਲੀ ਵੀ ਆਵਾ ਗੁਣ ਜਾਣਾ ਇਧਰ ਦੀਆਂ ਉਧਰ ਦੀਆਂ। ਜਿਹੜਾ ਤੁਸੀਂ ਇਹ ਕਹ ਲਓ ਵੀ ਇਹ ਡਜ਼ਨਟ ਮੇਕ ਐਨੀ ਸੈਂਸ ਵੀ ਇਹ ਬੰਦਾ ਗੱਲ ਕੀ ਕਰ ਰਿਹਾ ਜੀ। ਤੁਸੀਂ ਕਈ ਜੇ ਤੁਸੀਂ ਰੇਡੀਓ ਦੇ ਵੱਖਰੇ ਵੱਖਰੇ ਪ੍ਰੋਗਰਾਮ ਸੁਣਦੇ ਨਾ ਤੇ ਕਈਆਂ ਦੇ ਕਾਲਰਸ ਸੁਣ ਕੇ ਦੇਖੋ। ਬਿਲਕੁਲ। ਮੈਂ ਸੁਣਦਾ ਹੁੰਦਾ ਮਜ਼ਾ ਲੈਣ ਲਈ ਵੀ ਆਹ ਬੰਦਾ ਬੋਲਿਆ ਆ 5 ਮਿੰਟ 7 ਮਿੰਟ ਇਹਨੇ ਕੋਈ ਗੱਲ ਹੀ ਨਹੀਂ ਕਹੀ। ਇਦਾਂ ਦੇ ਮੀਟਿੰਗਾਂ ਦੇ ਵਿੱਚ ਵੀ ਬੈਠੇ ਹੁੰਦੇ ਜਾਂ ਵਿਸ਼ਾ ਕੋਈ ਹੋਰ ਚੱਲ ਰਿਹਾ ਹੁੰਦਾ ਹੈ ਉਹ ਕਿਤੇ ਹੋਰ ਫਿਰਦੇ ਹੁੰਦੇ ਉਹਨਾਂ ਦੀ ਸੂਈ ਕਿਤੇ ਹੋਰ ਲੱਗੀ ਹੁੰਦੀ। ਕਈਆਂ ਬੰਦਿਆਂ ਨੂੰ ਇਹ ਜਦੋਂ ਬੋਲਦੇ ਆ ਉਹ ਪਤਾ ਹੀ ਨਹੀਂ ਲੱਗਦਾ ਵੀ ਇਹਦੇ ਵਿੱਚ ਕੋਈ ਲੌਜਿਕ ਵੀ ਹੋਣੀ ਚਾਹੀਦਾ ਦਲੀਲ ਵੀ ਹੋਣੀ ਚਾਹੀਦੀ ਹੈ। ਇੱਕ ਗੱਲ ਪਹਿਲਾਂ ਕਹਿਤੀ ਉਹ ਦੂਸਰੀ ਨਾਲ ਜੁੜੀ ਹੋਈ ਹੋਣੀ ਚਾਹੀਦੀ। ਬਿਲਕੁਲ। ਤੇ ਉਹਨਾਂ ਨੇ ਤਾਂ ਸੋਚਿਆ ਵੀ ਲੋਕੀ ਸੁਣਦੇ ਮੈਂ ਨਹੀਂ ਆਪਣੇ ਆਪ ਨੂੰ ਸੁਣਦਾ। ਤੇ ਇਹ ਬੰਦਿਆਂ ਦੇ ਲੋਕੀ ਏਦਾਂ ਫਿਰ ਜਿਹੜੇ ਬਾਕੀ ਦੇ ਬੰਦੇ ਸੀਰੀਅਸਲੀ ਜਿਹੜਾ ਕੰਮ ਕਰਨਾ ਚਾਹੁੰਦੇ ਆ ਤੇ ਜਿਨ੍ਹਾਂ ਨੇ ਜੇ ਫੀਡਬੈਕ ਦੇਣੀ ਹੁੰਦੀ ਉਹਨਾਂ ਦਾ ਤਰੀਕਾ ਹੈਗਾ ਫੀਡਬੈਕ ਦੇ ਦਿਓ ਤੁਸੀਂ। ਬਹੁਤੀ ਵਾਰੀ ਤਾਂ ਤਰੀਕਾ ਮੈਕੈਨਿਜ਼ਮ ਹਰੇਕ ਨੇ ਰੱਖਿਆ ਹੈ ਹਰੇਕ ਮੈਨੇਜਰ ਨੇ ਰੱਖਿਆ ਹੈ। ਜੇ ਮੈਨੇਜਰ ਵੀ ਕੋਈ ਚੱਜਦਾ ਹੋਵੇ ਤਾਂ ਜੇ ਮੈਨੇਜਮੈਂਟ ਕਰਨੀ ਆਉਂਦੀ ਹੈ ਉਹਨਾਂ ਨੇ ਰੱਖਿਆ ਹੁੰਦਾ ਤਰੀਕਾ ਵੀ ਸਾਨੂੰ ਫੀਡਬੈਕ ਦੇ ਦਿਓ। ਕਈ ਤਾਂ ਜਾਣਬੁੱਝ ਕੇ ਆ ਕੇ ਅਗਲੇ ਕੋਲ ਬੈਠਦੇ ਆ ਵੀ ਤੁਸੀਂ ਦੱਸ ਦਿਓ ਵੀ ਇਹਦੇ ਮੈਨੂੰ ਦੱਸੋ ਵੀ ਇਹਦੇ ਚ ਇੰਪਰੂਵਮੈਂਟ ਕਿੱਦਾਂ ਕਰ ਸਕਦੇ ਹਾਂ। ਬਿਲਕੁਲ। ਜਾਂ ਇਹਦੇ ਵਿੱਚ ਤੁਹਾਨੂੰ ਕੀ ਗੱਲਾਂ ਲੱਗਦੀਆਂ ਜਿਹੜੀਆਂ ਅਸੀਂ ਬਾਹਰ ਹੋਰ ਵੀ ਤਰੀਕੇ ਨਾਲ ਕਰ ਸਕਦੇ ਹਾਂ। ਬਿਲਕੁਲ। ਅੱਛਾ ਇਹ ਗੱਲਾਂ ਲਈ ਮੀਟਿੰਗ ਨਹੀਂ ਹਰੇਕ ਗੱਲ ਲਈ ਮੀਟਿੰਗ ਦੀ ਜ਼ਰੂਰਤ ਨਹੀਂ ਹੁੰਦੀ ਪਰ ਮੀਟਿੰਗ ਇੱਕ ਜਿੱਦਾਂ ਕਸਟਮ ਨਹੀਂ ਬਣ ਜਾਂਦਾ ਵੀ ਅਸੀਂ ਮੰਦਿਰ ਜਾ ਕੇ ਟੱਲ ਖੜਕਾਉਣਾ ਹੀ ਖੜਕਾਉਣਾ। ਉਹ ਇੱਕ ਰਿਚੁਅਲ ਬਣ ਜਾਂਦਾ ਜੀ। ਰਿਚੁਅਲ ਬਣ ਗਿਆ ਹੁਣ ਇੱਥੇ ਮੀਟਿੰਗ ਇੰਨੀਆਂ ਹੁੰਦੀਆਂ ਨਾ ਦਫ਼ਤਰਾਂ 'ਚ ਕੰਮ ਕਰਨ ਵਾਲੇ ਐਕੈਡੈਮਿਕਸ ਬਿਜ਼ਨਸ ਪਾਰਟਨਰਸ ਹੋਏ ਤੇ ਉੱਥੇ ਬੈਠੇ ਬਹੁਤੀਆਂ ਹੁਣ ਤਾਂ ਮੀਟਿੰਗਾਂ ਹੋਣ ਲੱਗ ਪਈਆਂ ਵੀ ਆਪਾਂ ਲੰਚ ਐਂਡ ਬ੍ਰੇਕ ਮੀਟਿੰਗ 'ਚ ਹੀ ਕਰ ਲਵਾਂਗੇ। ਤੇ ਹਰੇਕ ਹੀ ਬੰਦਾ ਆਪਣੀ ਸੈਂਡਵਿਚ ਖਾਣ ਲੱਗਾ ਆ ਕੋਈ ਸੂਪ ਖਾਣ ਲੱਗਾ ਆ ਤਾਂ ਉਧਰੋਂ ਮੀਟਿੰਗ ਹੋ ਰਹੀ ਆ। ਤਾਂ ਉਧਰੋਂ 10 ਕੁ ਬੰਦੇ ਤਾਂ ਬੈਠੇ ਹੁੰਦੇ ਆ ਜਿਹੜੇ ਸੋਚਦੇ ਵੀ ਆ ਮੀਟਿੰਗ ਦੇ ਵਿੱਚ ਸਮਾਂ ਖਰਾਬ ਹੋ ਰਿਹਾ ਤਾਂ 2-3 ਉਹ ਹੁੰਦੇ ਆ ਜਿਹੜੇ ਆਪਣੇ ਉਡੀਕਦੇ ਹੁੰਦੇ ਵੀ ਮੈਂ ਕਦੋਂ ਨੂੰ ਬੋਲਣਾ ਹੈ। ਬਿਲਕੁਲ। ਉਹ ਆਪਦੀ ਪੜਾਸ ਖਤਮ ਕਰਨੀ। ਅੱਛਾ ਉਹਦਾ ਰੈਲੇਵੈਂਸ ਹੈ ਜਾਂ ਨਹੀਂ ਮੀਟਿੰਗ ਦੇ ਸਬਜੈਕਟ ਦੇ ਵਿੱਚ ਜੀ। ਉਹਦੇ ਵਿੱਚ ਅਕਸਰ ਏਜੰਡਾ ਹੁੰਦਾ ਹੈ। ਏਜੰਡੇ ਦੇ ਵਿੱਚ ਤੁਸੀਂ ਪਹਿਲਾਂ ਮੀਟਿੰਗ ਦੇ ਵਿੱਚ ਉਹ ਕਈ ਵੀ ਰਿਚੁਅਲ ਹੈ ਨਾ ਵੈਸੇ ਤਾਂ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਵੀ ਆਹ ਲਓ ਏਜੰਡਾ ਜੇ ਕਿਸੇ ਦੇ ਕੋਲ ਹੋਰ ਆਈਟਮ ਹੈ ਉਹ ਵੀ ਭੇਜ ਦਿਓ। ਤੁਸੀਂ ਕਹਿੰਦੇ ਕਿ ਅਸੀਂ ਆਹ ਆਈਟਮ ਐਡ ਕਰਨੀ ਹੈ ਏਜੰਡੇ ਦੇ ਉੱਤੇ ਜੀ। ਚੱਕ ਹੋ ਸਕਦਾ ਕਿਸੇ ਦੇ ਕੋਲ ਵਧੀਆ ਆਈਡੀਆ ਵੀ ਹੋਵੇ ਮੋਸਟਲੀ ਤਾਂ ਉਹ ਮੂਰਖਾਂ ਵਾਲੇ ਆਈਡੀਆ ਹੁੰਦੇ ਵੀ ਅਸੀਂ ਜੀ ਇਹ ਵੀ ਡਿਸਕਸ ਕਰਨੀ ਹੈ ਵੀ
ਪਾਰਕਿੰਗ ਕਾਰ ਸਿੱਧੀ ਕਰਕੇ ਪਾਰਕ ਕੀਤੀ ਜਾਵੇ ਕਿ ਪੁੱਠੀ ਕਰਕੇ। ਮਤਲਬ ਹਰ ਤਰ੍ਹਾਂ ਦਾ ਉਹਨਾਂ ਦੇ ਉਹ ਸੁਝਾਅ ਡਿਸਕਸ ਕਰਨਾ ਚਾਹੁੰਦੇ। ਤੇ ਇਹਦੇ ਨਾਲ ਦੇਖੋ ਟਾਈਮ ਬਰਬਾਦ ਹੁੰਦਾ, ਤੇ ਫਿਰ ਬੰਦਿਆਂ ਨੂੰ, ਕਈ ਬੰਦੇ ਤਾਂ ਇਸ ਕਰਕੇ ਛੱਡ ਜਾਂਦੇ ਆ ਕਿ ਕੰਪਨੀਆਂ ਵੀ ਇੱਥੇ ਮੀਟਿੰਗਾਂ ਹੀ ਬਹੁਤ ਹੁੰਦੀਆਂ, ਉਹ ਦੁਖੀ ਹੋ ਜਾਂਦੇ ਜੀ। ਮੀਟਿੰਗ ਤੇ ਮੀਟਿੰਗ ਆਫਟਰ ਮੀਟਿੰਗ ਆਫਟਰ। ਕਈ ਬੰਦੇ ਆ, ਜਿੱਦਾਂ ਇੱਕ ਵਾਰੀ ਮੈਨੂੰ ਯਾਦ ਹੈ ਕਿ ਉਹਨਾਂ ਦਾ ਨਾਮ ਹੁੰਦਾ ਸੀ, ਪੰਜਾਬੀ ਦਾ ਇੱਕ ਵਧੀਆ ਕਲਾਕਾਰ ਹੈ, ਭੱਟੀ ਜੀ, ਜਸਪਾਲ ਭੱਟੀ। ਉਹਨਾਂ ਨੇ ਕੋਈ ਮੀਟਿੰਗ ਕੀਤੀ, ਉਹ ਅਫੀਸ਼ੀਅਲ ਤੌਰ ਤੇ ਜੀ, ਤੇ ਉਹ ਬਾਹਰ ਨਿਕਲੇ ਆ ਤੇ ਉਹਨਾਂ ਨੂੰ ਪੁੱਛਦਾ ਕੋਈ ਪੱਤਰਕਾਰ ਵੀ ਮੀਟਿੰਗ ਦੇ ਵਿੱਚ ਕੀ ਫੈਸਲਾ ਹੋਇਆ। ਉਹ ਕਹਿੰਦੇ ਜੀ ਅੱਜ ਬਹੁਤ ਵੱਡਾ ਫੈਸਲਾ ਹੋਇਆ, ਅੱਜ ਤਾਂ ਅਸੀਂ ਕਮਾਲ ਹੀ ਕਰਤੀ। ਤੇ ਉਹ ਕਹਿੰਦੇ ਕੀ ਫੈਸਲਾ ਹੋਇਆ? ਕਹਿੰਦਾ ਅਸੀਂ ਫੈਸਲਾ ਕੀਤਾ ਵੀ ਅਗਲੀ ਮੀਟਿੰਗ ਕਦੋਂ ਕਰਨੀ ਹੈ। ਤੇ ਇਹ ਬਹੁਤੇ ਫੈਸਲੇ ਇਦਾਂ ਦੇ ਹੁੰਦੇ। ਬਿਲਕੁਲ ਅੰਦਰ ਕੀ ਡਿਸਕਸ ਕਰ ਰਹੇ ਆ, ਬਾਹਰ ਵਾਲਿਆਂ ਨੂੰ ਲੱਗਦਾ ਹੁੰਦਾ ਵੀ ਅੰਦਰ ਮੀਟਿੰਗ ਚੱਲ ਰਹੀ ਹੈ ਤੇ ਸਾਹਿਬ ਹਜੇ ਨਹੀਂ ਮਿਲ ਸਕਦੇ, ਸਾਹਿਬ ਹਜੇ ਮੀਟਿੰਗ। ਉਹ ਪਤਾ ਨਹੀਂ ਕੀ ਮੂੰਗਫਲੀ ਦੀ ਗੱਲ ਕਰਨ ਲੱਗੇ ਆ ਕਿ ਮੂੰਗਫਲੀ ਤੁਸੀਂ ਲੂਣ ਵਾਲੀ ਲੈਣੀ ਹੈ ਕਿ ਬਿਨਾਂ ਲੂਣ ਤੋਂ। ਕਈ ਬੰਦੇ ਆਪਣੇ ਆਪ ਨੂੰ ਬਿਜੀ ਵਿਖਾਉਣ ਵਾਸਤੇ ਵੀ ਮੀਟਿੰਗ ਦਾ ਇਸ ਤਰ੍ਹਾਂ ਬਹਾਨਾ ਲੈਂਦੇ ਵੀ ਮੀਟਿੰਗ ਚੱਲ ਰਹੀ ਹੈ ਜੀ, ਮੀਟਿੰਗ ਚੱਲ ਰਹੀ ਹੈ। ਹਾਂ, ਅੰਦਰ ਬੈਠਾ ਭਾਵੇਂ ਉਹ ਟੀਵੀ ਦੇਖੀ ਜਾਂਦਾ ਹੋਵੇ, ਕੁਛ ਨਹੀਂ। ਇਹ ਇੱਕ ਫੈਸ਼ਨ ਬਣ ਗਿਆ, ਜਿੱਦਾਂ ਹਰ ਇੱਕ ਚੀਜ਼ ਦੀ ਕੋਈ ਲਿਮਿਟ ਵੀ ਹੁੰਦੀ ਹੈ ਨਾ। ਜੀ ਜੀ, ਵੀ ਚਲੋ ਮੀਟਿੰਗ ਦੀ ਵੀ ਇੰਪੋਰਟੈਂਸ ਹੈ ਆਪਣੇ ਆਪ। ਬਿਲਕੁਲ। ਹੋ ਸਕਦਾ ਵੀ ਕਿਤੇ ਕਿਤੇ ਤੁਹਾਨੂੰ ਉਹ ਮੀਟਿੰਗ ਵੀ ਕਰਨੀ ਪਵੇ ਜੀ, ਕਿਉਂਕਿ ਉਹਦੇ ਵਿੱਚ ਫੀਡਬੈਕ ਜਿਹੜੀ, ਜਿੱਦਾਂ ਲੋਕੀ ਇੱਕ ਦੂਜੇ ਨਾਲ ਡਿਸਕਸ ਕਰਦੇ ਆਈਡੀਆਜ਼, ਇੱਕ ਤੁਸੀਂ ਆਈਟਮ ਲੈ ਕੇ ਆਉਨੇ ਆ, ਉਹ ਤੇ ਵੱਖਰੇ ਵੱਖਰੇ ਵਿਚਾਰ ਹੋ ਸਕਦੇ ਆ, ਤੇ ਉਹਨਾਂ ਦੇ ਵਿੱਚ ਤੁਸੀਂ ਆਰਗਿਊ ਕਰਦੇ ਆ ਬੈਕ ਐਂਡ ਫੋਰਥ। ਕਿਸੇ ਨੇ ਇੱਕ ਪੁਆਇੰਟ ਦਿੱਤਾ, ਦੂਜਾ ਬੰਦਾ ਉਹਨੂੰ ਅਪੋਜ਼ ਕਰ ਰਿਹਾ, ਇੱਕ ਬੰਦਾ ਉਹਦੀ ਪ੍ਰੋੜਤਾ ਕਰ ਰਿਹਾ ਜੀ। ਇਹ ਪੋਜ਼ਿਟਿਵ ਗੱਲਾਂ ਵੀ ਹੈਗੀਆਂ ਮੀਟਿੰਗ ਦੇ ਵਿੱਚ, ਪਰ ਅਕਸਰ ਤੌਰ ਤੇ ਜਿਸ ਤਰੀਕੇ ਨਾਲ ਕੰਡਕਟ ਹੁੰਦੀਆਂ ਮੀਟਿੰਗ ਆਫਟਰ ਮੀਟਿੰਗ, ਅੱਜ ਕੱਲ ਤੁਸੀਂ ਜੇ ਓਪੀਨੀਅਨ ਪੋਲ ਲੈਣਾ ਹੋਵੇ ਨਾ ਜੀ, ਲੋਕੀ ਜ਼ਿਆਦਾ ਇਹ ਕਹਿਣਗੇ ਵੀ ਦੁਖੀ ਹੋਏ ਪਏ ਆ ਮੀਟਿੰਗਾਂ ਤੋਂ, ਇਹਨਾਂ ਤੋਂ। ਬਿਲਕੁਲ। ਜੇ ਚੰਗੀ ਵੀ ਹੋਵੇ ਮੀਟਿੰਗ, ਅਸੀਂ ਨਹੀਂ ਜਾਣਾ ਚਾਹੁੰਦੇ। ਤੁਸੀਂ ਦੇਖਿਓ, ਜੇ ਇੱਥੇ ਕੋਈ ਕਮਿਊਨਿਟੀ ਦੀ ਮੀਟਿੰਗ ਜਿਹੜੀ ਸੱਦੀ ਹੁੰਦੀ ਹੈ ਨਾ, ਵੈਸੇ ਕਿਸੇ ਇਸ਼ੂ ਤੇ, ਉੱਥੇ ਸਾਡੇ ਆਦਤ ਆ ਵੀ ਹਰੇਕ ਬੰਦੇ ਨੇ ਬੋਲਣਾ ਹੈ। ਬੋਲਣਾ ਤਾਂ ਉਹਨੂੰ ਚਾਹੀਦਾ ਵੀ ਜਿਹਦੇ ਕੋਲ ਕੁਝ ਹੋਵੇ ਦੱਸਣ, ਜਿਹਨੇ ਫੀਡਬੈਕ ਵਾਕਿਆ ਦੇਣੀ ਹੈ। ਤੇ ਜਿਹਨੇ ਆ ਕੇ ਵੈਸੇ ਹੀ ਹੁਣ ਵੀ ਮੈਂ ਬੋਲਣਾ ਹੈ, ਵੀ ਲੋਕੀ ਮੈਨੂੰ ਦੇਖਣ ਵੀ ਸਰਦਾਰ ਸਿੰਘ ਖੜਾ ਆ, ਇਹਨੇ ਬੋਲਣਾ ਹੈ, ਉਹ ਤਾਂ ਵੇਸਟ ਆਫ ਟਾਈਮ ਹੈ। ਬਿਲਕੁਲ। ਜਿਹਨੇ ਕਿਹਾ ਵੀ ਤੁਹਾਡਾ ਵਿਚਾਰ ਚੰਗਾ ਹੈ, ਤੁਸੀਂ ਮੀਟਿੰਗ ਜਿਹੜੀ ਰੱਖੀ ਹੈ ਇਹਦੇ ਕਰਕੇ ਹੁਣ ਅਸੀਂ ਅੱਗੇ ਤੋਂ ਇਕੱਠੇ ਹੋ ਜਾ ਕਰਾਂਗੇ, ਇਹਦੇ ਨਾਲ ਜੀ ਲੱਗਿਆ ਰਹਿੰਦਾ। ਪਰ ਪਕੌੜੇ ਪਹਿਲਾਂ ਹੀ ਰੱਖ ਦਿਆ ਕਰੋ, ਬਾਅਦ ਚ ਨਾ ਰੱਖਿਆ ਕਰੋ। ਜੀ। ਸੋ ਡਾਕਟਰ ਸਾਹਿਬ, ਅਗਲੀ ਖਬਰ ਵਧਦੇ ਹਾਂ। ਰੂਸੀ ਵਿਦੇਸ਼ ਮੰਤਰਾਲੇ ਨੇ ਇੱਕ ਐਲਾਨ ਕੀਤਾ ਹੈ ਜੀ। ਉਹ ਕਹਿੰਦੇ ਵੀ ਹੁਣ ਬਲੈਕ ਸੀ ਦੇ ਵਿੱਚ ਜਿਹੜੇ ਨਾਗਰਿਕ ਜਹਾਜ਼ ਲੰਘਦੇ ਆ, ਉਹਨਾਂ ਦੀ ਰੱਖਿਆ ਦੀ ਕੋਈ ਗਰੰਟੀ ਨਹੀਂ ਗੀ ਹੁਣ, ਕਿਉਂਕਿ ਕਹਿੰਦੇ ਵੀ ਯੂਕਰੇਨ ਜਿਹੜਾ ਹੈ ਉਹ ਇਸੇ ਰਸਤੇ ਦੀ ਵਰਤੋਂ ਕਰਨ ਲੱਗ ਪਿਆ ਸਾਡੇ ਤੇ ਹਮਲੇ ਕਰਨ ਵਾਸਤੇ। ਉਹਦੇ ਇਸ਼ੂ ਬਣੀ ਸੀ ਪਿਛਲੇ ਸਾਲ ਜ਼ਿਆਦਾ, ਜਦੋਂ ਕੀਮਤਾਂ ਇੱਕਦਮ ਵਧੀਆਂ ਸੀ ਗਰੋਸਰੀ ਦੀਆਂ ਆਈਟਮ ਦੀਆਂ, ਖਾਸ ਤੌਰ ਤੇ ਫੂਡ ਪ੍ਰੋਡਕਸ਼ਨ ਦੀ ਜੀ। ਉਦੋਂ ਕਿਉਂਕਿ ਰਸ਼ੀਆ ਵਾਲੇ ਤਾਂ ਯੂਕਰੇਨ ਵਾਲੇ ਬਹੁਤ ਐਗਰੀਕਲਚਰਲ ਪ੍ਰੋਡਕਟ ਆ ਜਿਹੜੇ ਵੀਟ ਤੋਂ ਲੈ ਕੇ ਹੋਰ ਵੀ ਚੀਜ਼ਾਂ ਜਿਹੜੀਆਂ ਐਕਸਪੋਰਟ ਕਰਦੇ ਆ, ਕਈਆਂ ਦੇਸ਼ਾਂ ਦੇ ਵਿੱਚ ਤਾਂ ਇਹ ਭਾਰੀ ਮਾਤਰਾ ਦੇ ਵਿੱਚ ਕਰਦੇ ਆ। ਤੇ ਇਸ਼ੂ ਬਣ ਗਈ ਕਿ ਇੱਥੇ ਤਾਂ ਲੜਾਈ ਲੱਗੀ ਹੈ, ਤੇ ਜਿੱਥੇ ਲੜਾਈ ਲੱਗੀ ਆ ਉੱਥੇ ਜਿਹੜੀ ਸ਼ਿਪਿੰਗ ਕਾਰਪੋਰੇਸ਼ਨ ਕੋਈ ਜਾਂਦੀ ਨਹੀਂ ਵੀ ਸਾਡੇ ਵੀ ਆ ਕੇ ਮਿਸਲ ਲੱਗ ਗਈ ਤਾਂ ਇਹ ਜਾਂਦਾ ਲੱਗਣਾ। ਤੇ ਨਾ ਹੀ ਉਹ ਇੰਸ਼ੋਰ ਕਰਦੇ ਆ। ਇੰਸ਼ੋਰੈਂਸ ਕੰਪਨੀ ਤੋਂ ਤੁਸੀਂ ਜਾਓਗੇ ਕਿ ਅਸੀਂ ਬਲੈਕ ਸੀ ਦੇ ਵਿੱਚ ਲੈ ਕੇ ਜਾਣਾ, ਉਹ ਕਹਿੰਦੇ ਭਾਈ ਅਸੀਂ ਇੰਸ਼ੋਰੈਂਸ ਨਹੀਂ ਕਰਨਾ। ਜਿਹਦਾ ਇੰਸ਼ੋਰੈਂਸ ਨਹੀਂ ਹੁੰਦਾ ਉਹਨੂੰ ਕੋਈ ਸ਼ਿਪ ਲੈ ਕੇ ਜਾਂਦਾ। ਤੇ ਇਹਨਾਂ ਨੇ ਬੰਦ ਕੀਤਾ। ਫਿਰ ਯੂਨਾਈਟਿਡ ਨੇਸ਼ਨਜ਼ ਨੇ ਤੇ ਟਰਕੀ ਵਾਲਿਆਂ ਨੇ ਰਸ਼ੀਆ ਦੇ ਕੋਲ ਬੇਨਤੀ ਕੀਤੀ, ਜਾ ਕੇ ਉਹਨਾਂ ਨਾਲ ਨੈਗੋਸ਼ੀਏਟ ਕੀਤਾ ਵੀ ਤੁਸੀਂ ਇੰਨਾ ਕੁ ਮੰਨ ਲਓ ਸਾਡਾ, ਵੀ ਇਹ ਕਮ ਸੇ ਕਮ ਅਸੀਂ ਯੂਕਰੇਨ ਨੂੰ ਕਹਤਾ, ਯੂਕਰੇਨ ਵਾਲਿਆਂ ਦੇ ਇੰਟਰਸਟ ਦੇ ਵਿੱਚ ਉਹਨਾਂ ਦੇ ਵਿੱਚ, ਕਿ ਉਹਨਾਂ ਨੇ ਫੂਡ ਬਾਹਰ ਭੇਜਣਾ ਹੁੰਦਾ, ਉਹ ਆਪਣਾ ਸ਼ਿਪ ਤਾਂ ਨਹੀਂ ਤੋੜਨਗੇ, ਵੀ ਉਹਨਾਂ ਦੇ ਨਾਲ ਤਾਂ ਤੁਹਾਡੇ ਨਾਲ ਸਮਝੌਤਾ ਕਰ ਲੈਂਦੇ ਆ ਵੀ ਇਹਨਾਂ ਨੂੰ ਜਿਹੜੇ ਇੰਟਰਨੈਸ਼ਨਲ ਸ਼ਿਪਿੰਗ ਕਾਰਪੋਰੇਸ਼ਨਸ ਨੇ ਭੇਜਣੇ ਇੱਥੇ ਸਿਵਿਲੀਅਨ ਸ਼ਿਪਸ ਜੀ, ਤਾਂ ਉਹਨਾਂ ਤੇ ਤੁਸੀਂ ਹਮਲਾ ਨਾ ਕਰਿਓ। ਉਦੋਂ ਜਿਹੜਾ ਕੋਈ ਸ਼ਿਪ ਜਾ ਰਿਹਾ ਆਪਣੀ ਫੌਜ ਨੂੰ, ਆਪਣੀ 에ਅਰ ਫੋਰਸ ਨੂੰ
ਇਨਫੋਰਮ ਕਰ ਦਿਓ ਵੀ ਇੱਥੋਂ ਦੀ ਲੰਘ ਰਿਹਾ। ਉਹ ਕਹਿੰਦੇ ਉਹਨਾਂ ਨੇ ਕਰ ਦਿੱਤਾ, 1 ਸਾਲ ਲਈ ਚੱਲਿਆ। ਹੁਣ ਉਹਨਾਂ ਨੂੰ ਕੀ ਕੀਤਾ, ਉਹਨਾਂ ਨੇ ਦੇਖਿਆ, ਇੱਕ ਤਾਂ ਪਹਿਲਾਂ ਹੀ ਉਹਨਾਂ ਨੇ ਆਬਜੈਕਸ਼ਨ ਕੀਤਾ ਸੀ, ਕਹਿੰਦੇ ਕਿ ਜਦੋਂ ਤੁਸੀਂ ਸਾਨੂੰ ਆ ਕੇ ਕਨਵਿੰਸ ਕਰਦੇ ਸੀ ਵੀ ਫੂਡ ਦੀਆਂ ਪ੍ਰਾਈਸਸ ਵਧੀ ਜਾਂਦੀਆਂ, ਇਹਦਾ ਘਾਟਾ ਪਈ ਜਾਂਦਾ ਹੈ ਕਈਆਂ ਦੇਸ਼ਾਂ ਨੂੰ, ਲੋਕੀ ਭੁੱਖੇ ਮਰਦੇ, ਗਰੀਬਾਂ ਨੂੰ ਤੇ ਬਹੁਤ ਅਸਰ ਹੁੰਦਾ ਹੈ। ਫਿਰ ਉਹਨਾਂ ਨੇ ਦੇਖਿਆ ਕਿ ਜਿਹੜੇ ਸ਼ਿਪਿੰਗ, ਜਿੰਨੀ ਵੀ ਸ਼ਿਪਿੰਗ ਹੋ ਰਹੀ ਸੀ ਉੱਥੇ ਯੂਕਰੇਨ ਤੋਂ ਜੀ, ਉਹ ਜ਼ਿਆਦਾ ਜਾਂਦੇ ਸੀ ਯੂਰਪੀਅਨ ਮੁਲਕਾਂ ਨੂੰ। ਉਹ ਕਹਿੰਦੇ ਵੀ ਅੱਜ ਤਾਈਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਐਕਚੁਅਲੀ ਰਸ਼ੀਆ ਵਾਲਿਆਂ ਨੇ ਉਸ ਵੇਲੇ ਜੀ। ਉਹ ਕਹਿੰਦੇ ਵੀ ਅੱਜ ਤਾਈਂ ਤੁਸੀਂ ਸਾਨੂੰ ਕਹਿੰਦੇ ਸੀ ਵੀ ਗਰੀਬ ਮੁਲਕਾਂ ਤੇ ਮਾਰ ਪੈ ਰਹੀ ਆ ਹੋ ਰਿਹਾ ਉਹ ਰਿਹਾ, ਅੱਜ ਤਾਈਂ ਇੱਕ ਵੀ ਸ਼ਿਪ ਜਿਹੜਾ ਉਹ ਗਰੀਬ ਮੁਲਕਾਂ ਨੂੰ ਤਾਂ ਗਿਆ ਹੀ ਨਹੀਂ। ਇਹ ਸਾਰੇ ਜਾਂਦੇ ਆ, ਕੋਈ ਜਰਮਨੀ ਨੂੰ ਗਿਆ, ਕੋਈ ਫਰਾਂਸ ਨੂੰ ਗਿਆ, ਕੋਈ ਇੰਗਲੈਂਡ ਨੂੰ ਗਿਆ। ਕਹਿੰਦਾ ਇਹ ਕਿੱਧਰਲੇ ਗਰੀਬ ਮੁਲਕ ਆ ਗਏ। ਉਸੇ ਹੀ ਦਿਨ ਜਿੱਦਣ ਸਵੇਰੇ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਆ ਤੇ ਉਦੋਂ ਬਾਅਦ ਥੋੜੇ ਘੰਟਿਆਂ ਦੀ ਗੱਲ ਹੀ ਆ, ਇਹਨਾਂ ਨੇ ਯੂਰਪੀਅਨ ਯੂਨੀਅਨ ਨੇ ਤਾਂ ਅਮਰੀਕਾ ਵਾਲਿਆਂ ਨੇ ਇਕੱਠੇ ਕਰਕੇ ਇੱਕ ਸ਼ਿਪ ਭੇਜ ਦਿੱਤਾ ਵੀ ਅਸੀਂ ਇਹ ਸਮਾਨ ਲੈ ਕੇ ਜਾਊਗਾ ਇਥੀਓਪੀਆ ਨੂੰ, ਜਿਹੜੀ ਕਿ ਅਫਰੀਕਾ ਦੀ, ਨਾਰਦਰਨ ਅਫਰੀਕਾ ਦੀ ਕੰਟਰੀ, ਗਰੀਬ ਮੁਲਕ ਆ, ਵੀ ਅਸੀਂ ਉਹਨਾਂ ਨੂੰ ਭੇਜਣਾ ਹੈ। ਉਹ ਵੀ ਸਿਰਫ ਉਹਨਾਂ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ। ਫਿਰ ਉਹ ਮੁੜ ਕੇ ਫਿਰ 2 ਮਹੀਨੇ, ਗੱਲ ਤਾਂ ਭੁੱਲ ਹੀ ਜਾਂਦੇ ਆ ਵੀ ਚਲੋ ਇੱਕਦਮ ਪਹਿਲਾਂ ਆਈ ਸੀ ਗੱਲ ਤਾਂ ਉਦੋਂ ਉਸ ਵੇਲੇ ਤਾਂ ਐਕਸ਼ਨ ਚ ਆ ਗਏ, ਫੇਰ ਚੇਤੇ ਭੁੱਲ ਗਿਆ। ਫਿਰ ਉਹੀ ਜਿਹੜਾ ਫੂਡ ਪ੍ਰੋਡਕਸ਼ਨ ਸੀ, ਉਹ ਤੋਂ ਫੂਡ ਲੈ ਕੇ ਆਉਂਦੇ ਸੀ, ਉਹ ਫਿਰ ਯੂਰਪੀਅਨ ਮੁਲਕਾਂ ਨੂੰ ਜਾਂਦੇ। ਤਾਂ ਹੁਣ ਇਹਨਾਂ ਨੇ, ਰਸ਼ੀਆ ਵਾਲਿਆਂ ਨੇ ਕਿਹਾ ਵੀ ਦੇਖੋ ਅਸੀਂ, ਸਾਡੀਆਂ 2 ਚੀਜ਼ਾਂ ਜਾਂਦੀਆਂ ਸੀ ਇੱਥੋਂ ਜਿਹੜੀਆਂ ਬਲੈਕ ਸੀ ਰਾਹੀਂ ਜਾਂਦੀਆਂ, ਇੱਕ ਤਾਂ ਫੂਡ ਜਾਂਦਾ, ਦੂਸਰਾ ਉਹਨਾਂ ਦਾ ਫਰਟੀਲਾਈਜ਼ਰ ਜਾਂਦਾ ਹੈ ਜੀ। ਜਿਹੜਾ ਫਰਟੀਲਾਈਜ਼ਰ ਇਹ ਚੱਕਦੇ ਆ ਆਪਣੇ ਅਮਰੀਕਾ ਵਾਲੇ ਜਾਂ ਹੋਰ, ਇਹ ਤਾਂ ਅਸੀਂ ਇੱਥੋਂ ਜਿਹੜਾ ਭੇਜਦੇ ਆ ਯੂਰਪੀਅਨ ਪੋਰਟਸ ਨੂੰ, ਉੱਥੋਂ ਚੱਕ ਲੈਂਦੇ ਆ। ਪਰ ਹੁਣ ਇਹਨਾਂ ਦੇ ਸੈਂਕਸ਼ਨ ਨੇ, ਯੂਰਪੀਅਨ ਦੇ ਯੂਨੀਅਨ ਦੇ ਸੈਂਕਸ਼ਨਸ ਨੇ ਉਹ ਬੰਦ ਕਰਾਇਆ ਸਾਡਾ ਤਾਂ ਕੋਈ ਨਹੀਂ ਜਾਂਦਾ ਇੱਥੇ ਚੀਜ਼। ਉਹਨਾਂ ਦੀ ਫੂਡ ਵੀ ਨਹੀਂ ਚੱਕਣ ਦਿੰਦੇ, ਉਹਨਾਂ ਦੀ ਵੀਟ ਵੀ ਨਹੀਂ ਚੱਕਣ ਦਿੰਦੇ। ਯੂਕਰੇਨ ਵਾਲਿਆਂ ਦਾ ਸਭ ਕੁਝ ਜਾਂਦਾ। ਉਹ ਕਹਿੰਦੇ ਵੀ ਜੇ ਲੜਾਈ ਦੋਹਾਂ ਦੇਸ਼ਾਂ ਦੀ ਲੱਗੀ ਆ, ਅਸੀਂ ਕਿਉਂ ਗਾਰੰਟੀ ਕਰੀਏ ਕਿ ਯੂਕਰੇਨ ਵਾਲੇ ਲੈ ਜਾਣ। ਸੋ ਬੇਸਿਕਲੀ ਤਾਂ ਯੂਕਰੇਨ ਵਾਲਿਆਂ ਨੂੰ ਫਾਇਦਾ ਹੋ ਰਿਹਾ ਨਾ। ਬਿਲਕੁਲ। ਉਹ ਕਹਿੰਦੇ ਵੀ ਹੁਣ ਏਦਾਂ ਆ, ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਤੁਹਾਡੇ ਮਾਰ ਦੇਣਾ ਕੁਝ, ਪਰ ਜਿਹੜੀ ਸਾਡੀ ਗਾਰੰਟੀ ਆ ਉਹ ਕੋਈ ਨਹੀਂ, ਉਹ ਖਤਮ ਹੋ ਗਈ। ਗਾਰੰਟੀ ਖਤਮ ਆ। ਤੁਸੀਂ ਆਪਣਾ ਟ੍ਰੇਡ ਕਰੀ ਚਲੋ, ਅਸੀਂ ਤੁਹਾਨੂੰ ਟ੍ਰੇਡ ਨੂੰ ਰੋਕਦੇ ਨਹੀਂ। ਜੇ ਆਉਂਦੇ ਆ ਜਹਾਜ਼ ਆਈ ਜਾਣ ਜਾਈ ਜਾਣ, ਪਰ ਇਹਦੀ ਸਾਡੇ ਵੱਲੋਂ ਜਿਹੜੀ ਗਾਰੰਟੀ ਦਿੱਤੀ ਅਸੀਂ ਇੰਟਰਨੈਸ਼ਨਲੀ ਉਹ ਨਹੀਂ ਹੈ। ਲਾਂਭਾ ਨਾ ਦਿਓ ਗੱਲ ਨੂੰ। ਜੇ ਰਸ਼ੀਆ ਦੀ ਗਾਰੰਟੀ ਨਹੀਂ ਹੈ ਤਾਂ ਫਿਰ ਸਿਵਿਲੀਅਨ ਕੋਈ ਇੱਥੇ ਸ਼ਿਪਿੰਗ ਜਿਹੜੀ ਕਾਰਪੋਰੇਸ਼ਨ ਆ ਉੱਥੇ ਜਾਂਦੀ ਨਹੀਂ। ਉਹਨਾਂ ਨੂੰ ਪਤਾ ਹੈ ਵੀ ਜੇ ਗਾਰੰਟੀ ਨਹੀਂ ਹੈ ਤੇ ਕੁਝ ਵੀ ਗਲਤੀ ਨਾਲ ਵੀ ਕੁਝ ਹੋ ਸਕਦਾ। ਬਿਲਕੁਲ। ਜਿੱਥੇ ਲੜਾਈ ਲੱਗੀ ਆ, ਪਤਾ ਨਹੀਂ ਮਿਸਲਾਂ ਕਿੱਧਰਲੇ ਪਾਸੇ ਨੂੰ ਚੱਲਦੀਆਂ, ਤੇ ਕੁਛ ਨਾ ਕੁਛ ਇੱਥੇ ਫਿਰ ਉੱਥੇ ਮਾਈਨਿੰਗ ਬੜੀ ਕਰਦੇ ਆ ਨਾ। ਅੱਜ ਕੱਲ ਸੀ ਦੇ ਵਿੱਚ ਵੀ ਮਾਈਨਿੰਗ ਕਰਦੇ ਆ, ਤੇ ਤੁਸੀਂ ਤੁਹਾਡਾ ਸ਼ਿਪ ਆਉਂਦੀ ਨਿਕਲਿਆ ਗਲਤ ਰਾਸਤੇ ਰਾਹੀਂ ਨਿਕਲ ਗਿਆ ਕਿਤੇ ਤਾਂ ਉੜ ਜਾਣਾ, ਮਾਰਦੇ ਹਵਾ ਦੇ ਵਿੱਚ ਚੱਕ ਕੇ ਉਹਨੂੰ ਜੀ। ਤੇ ਤੁਸੀਂ ਆਪਣਾ ਇੰਨਾ ਮਹਿੰਗਾ ਜਿਹੜਾ ਸ਼ਿਪ ਆ ਉਹ ਕਿੱਦਾਂ ਤੁੜਵਾ ਸਕਦੇ ਆ। ਬਿਲਕੁਲ। ਸੋ ਹੁਣ ਫਿਰ ਦੁਬਾਰਾ ਫਿਰ ਸ਼ੁਰੂ ਕਰਤਾ ਇਹਨਾਂ ਨੇ। ਦੇਖੋ ਜੀ, ਗਰੀਬ ਲੋਕਾਂ ਦੇ, ਗਰੀਬ ਮੁਲਕਾਂ ਦੇ ਬਹੁਤ ਘਾਟਾ ਪੈਣਾ, ਗਰੀਬ ਮੁਲਕਾਂ ਨੂੰ ਬਹੁਤ ਘਾਟਾ ਪੈਣਾ। ਅੱਜ ਤਾਈਂ ਜਿਹੜਾ ਖਾਦਾ ਉਹ ਸਾਰੇ ਅਮੀਰ ਮੁਲਕਾਂ ਨੇ ਖਾਦਾ। ਬਿਲਕੁਲ। ਡਾਕਟਰ ਸਾਹਿਬ, ਅਗਲੀ ਖਬਰ ਵੱਲ ਵਧਦੇ ਹਾਂ ਕਿ ਜ਼ੈਲੈਂਸਕੀ ਦਾ ਸਲਾਹਕਾਰ ਹੈ, ਉਹ ਕਹਿੰਦਾ ਹੈ ਕਿ ਯੂਰਪ ਨੂੰ ਸਾਡਾ ਧੰਨਵਾਦੀ ਹੋਣਾ ਚਾਹੀਦਾ ਹੈ ਕਿਉਂਕਿ ਅਸੀਂ ਉਹਨਾਂ ਵੱਲੋਂ ਜੰਗ ਦੇ ਮੈਦਾਨ 'ਚ ਰੂਸ ਨਾਲ ਲੜ ਰਹੇ ਹਾਂ, ਕਹਿੰਦਾ, ਤੇ ਆਪਦੇ ਆਪ ਨੂੰ ਸ਼ਹੀਦ ਹੋਣ ਲਈ ਤਿਆਰ ਹਾਂ। ਇਹਦੇ ਬਾਰੇ ਕੀ ਕਹੋਗੇ? ਦੇਖੋ, ਜੇ ਕੋਈ ਨਾਰਮਲ ਕੰਟਰੀ ਹੋਵੇ ਨਾ ਜੀ, ਇੰਡੀਆ ਵਾਲੇ ਕਹਿਣ ਆਪਣੇ ਲੋਕਾਂ ਨੂੰ, ਸਾਰਿਆਂ ਨੂੰ ਜੀ, ਵੀ ਅਸੀਂ ਐਕਚੁਅਲੀ ਅਮਰੀਕਾ ਦੀ ਲੜਾਈ ਲੜ ਰਹੇ ਹਾਂ, ਚੀਨ ਦੇ ਖਿਲਾਫ ਬੰਦੇ ਸਾਡੇ ਮਰ ਰਹੇ ਆ, ਪਰ ਲੜਾਈ ਅਮਰੀਕਾ ਦੀ ਜਾਂ ਯੂਰਪ ਦੀ ਹੈ ਜੀ। ਤਾਂ ਉਸ ਪ੍ਰਧਾਨ ਮੰਤਰੀ ਦੇ ਡੱਕਰੇ ਕਰਕੇ ਸਿੱਟ ਦੇਣਗੇ। ਬਿਲਕੁਲ। ਤੇ ਇਹ ਆਪਣੇ ਲੋਕਾਂ ਨੂੰ ਵੀ ਤੇ ਦੁਨੀਆ ਨੂੰ ਵੀ ਕਹਿ ਰਿਹਾ ਹੈ ਕਿ ਅਸੀਂ ਸ਼ਰੇਆਮ ਕਹਿ ਰਿਹਾ ਹੈ ਕਿ ਸਾਡੀ ਲੜਾਈ ਜਿਹੜੀ ਹੈ ਸਾਡੀ ਨਹੀਂ ਹੈ, ਤੁਹਾਡੀ ਹੈ। ਯੂਰਪ ਦੀ ਲੜਾਈ ਅਸੀਂ ਲੜ ਰਹੇ ਹਾਂ। ਉਹਨੂੰ ਪੁੱਛੋ ਵੀ ਇਹਨਾਂ ਦੀ ਲੜਾਈ ਦੱਸੋ ਉੱਥੇ ਕਿਹੜੀ ਹੈ। ਲੜਾਈ ਦਾ ਪੰਗਾ ਤੁਸੀਂ ਪਾਇਆ ਵੀ ਨੇਟੋ ਅਸੀਂ ਜੁਆਇਨ ਕਰਨੀ ਹੈ, ਸਟ੍ਰੈਟੇਜਿਕ ਅਲਾਇੰਸ ਲੈਣਾ ਹੈ। ਉਹਨਾਂ ਨੇ ਅਜੇ ਤਾਈਂ ਹਾਂ ਹੀ ਨਹੀਂ ਕੀਤੀ।
ਯੂਰਪੀਅਨ ਯੂਨੀਅਨ ਨੇ ਕਦੇ ਹਾਂ ਨਹੀਂ ਕੀਤੀ ਕਿ ਅਸੀਂ ਯੂਕਰੇਨ ਨੂੰ ਮੈਂਬਰ ਲੈ ਲਵਾਂਗੇ। ਜੀ ਨੇਟੋ ਵਾਲੇ ਹੁਣੇ ਹੀ ਕਹਿ ਕੇ ਗਏ ਆ ਵੀ ਅਸੀਂ ਕੋਈ ਟਾਈਮ ਲਾਈਨ ਨਹੀਂ ਦੇਣਾ ਤੁਹਾਨੂੰ। ਟਾਈਮ ਲਾਈਨ ਤੋਂ ਦੁਖੀ ਹੋ ਕੇ ਜ਼ੈਲੈਂਸਕੀ ਨੇ ਟਵੀਟ ਵੀ ਕੀਤਾ ਸੀਗਾ ਕਿ ਦੇਖੋ ਜੀ ਇਹਨਾਂ ਨੇ ਸਾਨੂੰ ਰੱਖਿਆ ਹੀ ਨਹੀਂ। ਤੇ ਉਹ ਰਿਐਕਸ਼ਨ ਵੀ ਯੂਰਪੀਅਨ ਮੁਲਕਾਂ ਦੇ ਵਿੱਚ ਅਮਰੀਕਾ 'ਚ ਇਦਾਂ ਸੀ ਕਿ ਜੇ ਇਹ ਬੰਦਾ ਧੰਨਵਾਦ ਹੀ ਨਹੀਂ ਕਰਦਾ ਸਾਡਾ, ਜੋ ਕੁਛ ਅਸੀਂ ਦਿੱਤਾ ਇਹਨੂੰ, ਇੰਨਾ ਕੁਛ ਦੇਣ ਦੇ ਬਾਵਜੂਦ ਵੀ ਜੇ ਬੰਦਾ ਇਹ ਸੋਚ ਰਿਹਾ ਤਾਂ ਫੇਰ ਅਸੀਂ ਬੰਦੇ ਹੀ ਕਰ ਦਿੰਦੇ ਸਭ ਕੁਛ। ਬਿਲਕੁਲ। ਤੇ ਹੁਣ ਆਹਾ ਹੀ ਫੇਰ ਆ ਮੁੜ ਕੇ ਕਿ ਅਸੀਂ ਸਾਡੀ ਲੜਾਈ ਨੂੰ ਤੁਸੀਂ ਬੰਦੇ ਹੀ ਅਸੀਂ ਮਰਾ ਰਹੇ ਹਾਂ ਆਪਣੇ। ਮਤਲਬ ਸ਼ਰੇਆਮ ਇਹ ਕਹਿ ਰਿਹਾ ਕਿ ਬੰਦਿਆਂ ਦੀ ਸਾਨੂੰ ਕੋਈ ਸਾਡੇ ਲਈ ਕੋਈ ਕੀਮਤ ਨਹੀਂ ਹੈ, ਕਿਉਂਕਿ ਅਸੀਂ ਤਾਂ ਪਿੱਛੇ ਬੈਠੇ ਹਾਂ। ਇਹ ਯੂਕਰੇਨੀਅਨ ਲੋਕੀ ਆ ਜਿਹੜੇ ਇਹਨਾਂ ਦੀਆਂ ਗੱਲਾਂ ਸੁਣੀ ਜਾਂਦੇ ਜੀ। ਜਿਹੜਾ ਆਪੋਜੀਸ਼ਨ ਕਰਦਾ ਆ ਉਹ ਜੇਲ੍ਹ 'ਚ, ਜਿਹਨੇ ਵੀ ਆਪੋਜੀਸ਼ਨ ਕੀਤੀ ਹੈ ਜੇਲ੍ਹ 'ਚ। ਯੂਰਪੀਅਨ ਯੂਨੀਅਨ ਦਾ ਤੇ ਨੇਟੋ ਦਾ ਪਹਿਲਾ ਪ੍ਰਿੰਸੀਪਲ ਆ ਵੀ ਮੁਲਕ ਜਿਹੜਾ ਡੈਮੋਕ੍ਰੈਟਿਕ ਹੋਣਾ ਚਾਹੀਦਾ। ਡੈਮੋਕ੍ਰੈਟਿਕ ਮੁਲਕ ਦੇ ਵਿੱਚ ਚੁਆਇਸ ਹੁੰਦੀ ਆ, ਤਾਂ ਹੀ ਡੈਮੋਕ੍ਰੈਟਿਕ ਆ। ਬਿਲਕੁਲ। ਕਮ ਸੇ ਕਮ ਦੋ ਤਾਂ ਪਾਰਟੀਆਂ ਹੋਣ ਨਾ, 20 ਵੀ ਹੋ ਸਕਦੀਆਂ, ਦੋ ਤਾਂ ਹੁੰਦੀਆਂ, ਦੋ ਦਾ ਮਿਨੀਮਮ ਹੈ। ਹਾਂ, ਮਤਲਬ ਆਪੋਜੀਸ਼ਨ ਜਿਹੜੀ ਵੀ ਹੋਵੇ, ਜਿਹੜੀ ਵੀ ਪਾਰਟੀ ਗਵਰਨ ਕਰ ਰਹੀ ਆ, ਉਹਦੇ ਆਪੋਜੀਸ਼ਨ ਦੇ ਵਿੱਚ ਕ੍ਰਿਟਿਕ ਵੀ ਬੈਠੇ ਆ, ਉਹਨੇ ਸਾਰੇ ਚੱਕ ਕੇ ਜੇਲ੍ਹ 'ਚ ਦਿੱਤੇ ਆ। ਅੱਛਾ, ਤੁਹਾਨੂੰ ਕਦੇ ਯੂਰਪੀਅਨ ਅਖਬਾਰਾਂ ਦੇ ਵਿੱਚ ਤਾਂ ਇਹ ਖਬਰ ਮਿਲ ਜਾਂਦੀ ਕਿਤੇ ਕਿਤੇ ਪੜ੍ਹਨ ਨੂੰ, ਕਿਉਂਕਿ ਕਈ ਅਖਬਾਰ ਜਿਹੜੇ ਉੱਥੇ ਆਪੋਜੀਸ਼ਨ ਦੇ ਵਿੱਚ ਆ ਕਿ ਇਹਨਾਂ ਦੀ ਹੈਲਪ ਨਹੀਂ ਕਰਨੀ ਅਸੀਂ, ਪਰ ਇੱਥੇ ਸਾਡੇ ਕੈਨੇਡਾ ਦੇ ਵਿੱਚ ਖਬਰ ਨਹੀਂ ਆਉਣੀ ਹੈ। ਈਵਨ ਯੂਐਸ ਦੇ ਵਿੱਚ ਵੀ ਖਬਰ ਕਈ ਦੇ ਦਿੰਦੇ ਆ ਉਹਨਾਂ ਦੇ ਵਿੱਚੋਂ, ਜਿਹੜੇ ਉਹਨਾਂ ਤੋਂ ਜ਼ੈਲੈਂਸਕੀ ਤੋਂ ਅੱਕੇ ਪਏ ਆ ਨਾ, ਉਹ ਦੇ ਦਿੰਦੇ ਖਬਰ। ਪਰ ਕੈਨੇਡਾ ਵਾਲਿਆਂ ਦੇ ਪੂਰੀ ਸੈਲਫ ਸੈਂਸਰਸ਼ਿਪ ਆ, ਇਹਨਾਂ ਨੂੰ ਕਿਹਾ ਕਿਸੇ ਨੇ ਨਹੀਂ। ਪਰ ਇਹ ਯੂਕਰੇਨ ਦੇ ਹੱਕ ਦੇ ਵਿੱਚ ਜੇ ਵੱਡੀ ਕੰਟਰੀ ਕੋਈ ਹੈਗੀ ਆ, 110% ਜਿਹਨੂੰ ਕਹਿੰਦੇ ਹੁੰਦੇ ਆ, ਉਹ ਕੈਨੇਡਾ ਆ ਜੀ। ਜਸਟਿਨ ਟਰੂਡੋ ਨੇ ਕਦੇ ਨਹੀਂ ਸੋਚਿਆ, ਕਿਉਂਕਿ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਹਾਊਸ ਆਫ ਕਾਮਨਸ ਬੈਠੀਆਂ, ਸਾਰੇ ਯੂਕਰੇਨ ਦੇ ਹੱਕ, ਯੂਕਰੇਨ ਵਾਲੇ ਜੋ ਮਰਜ਼ੀ ਕਰ ਦੇਣ, ਅਸੀਂ ਆਪ ਦਾ ਝੁੱਗਾ ਚੌੜ ਕਰਾ ਲੈਣਾ। ਜੇ ਉਹਨਾਂ ਦੇ ਕੋਲ ਨਿਊਕਲੀਅਰ ਹਥਿਆਰ ਹੁੰਦਾ ਨਾ, ਉਹ ਰਸ਼ੀਆ ਤੇ ਮਾਰਨ ਜੋਗੇ ਹੁੰਦੇ, ਤਾਂ ਇਹਨਾਂ ਨੇ ਇੱਥੋਂ ਤਾੜੀਆਂ ਮਾਰਨੀਆਂ ਸੀ ਵੀ ਤੁਸੀਂ ਇਹਨਾਂ ਨੂੰ ਮਾਰ ਦਿਓ। ਰਸ਼ੀਆ ਨਾ ਇੱਕ ਜਿੱਦਾਂ ਨਸਲਵਾਦੀ ਬੰਦੇ ਨਹੀਂ ਹੁੰਦੇ ਵੀ ਇਹਨੂੰ ਇਸ ਬੰਦੇ ਦੇ ਰੰਗ ਤੇ ਜਾਂ ਇਹਦੇ ਧਰਮ ਤੇ ਜਾਂ ਇਹਦੀ ਬੋਲੀ ਤੇ ਦੁੱਖ ਹੁੰਦਾ ਹੈ, ਇਸ ਤਰੀਕੇ ਨਾਲ ਰਸ਼ੀਆ ਨੂੰ ਹੁਣ ਪੇਸ਼ ਕੀਤਾ ਜਾਂਦਾ ਜੀ ਕਿ ਇਹ ਤਾਂ ਬੰਦੇ ਰਾਵਣ ਦੇ ਜਾਏ ਆ ਕਿਤੇ, ਇਹ ਤਾਂ ਸ੍ਰੀਲੰਕਾ ਤੋਂ ਕੋਈ ਆਇਆ। ਅਸੀਂ ਹੈਗੇ ਅਯੁੱਧਿਆ ਵਾਲੇ, ਅਸੀਂ ਹੈਗੇ ਰਾਮ ਰਾਜ ਵਾਲੇ। ਸੋ ਸੋਚਣਾ ਯੂਰਪੀਅਨ ਯੂਨੀਅਨ ਨੂੰ ਵੀ ਚਾਹੀਦਾ ਹੈ। ਵੈਸੇ ਲੋਕੀ ਤਾਂ ਸੋਚਦੇ ਆ ਕਿ ਦੇਖੋ ਇਹ ਬੰਦੇ ਕਹਿ ਰਹੇ ਆ ਕਿ ਸਾਡੀ ਲੜਾਈ ਲੜ ਰਿਹਾ, ਇਹ ਸਾਡੀ ਲੜਾਈ ਹੈ ਕਿਸ ਤਰ੍ਹਾਂ? ਰਸ਼ੀਆ ਨੂੰ ਹਰਾਉਣਾ ਠੀਕ ਆ, ਰਸ਼ੀਆ ਨੇ ਹਾਰਨਾ ਨਹੀਂ। ਜਿਸ ਦੇਸ਼ ਦੇ ਕੋਲ ਇੰਨੇ ਨਿਊਕਲੀਅਰ ਵੈਪਨ ਹੋਣ, ਉੱਥਲ ਪੁੱਥਲ ਕਰਕੇ ਰੱਖ ਦੇਵੇ ਸਾਰੀ ਧਰਤੀ ਨੂੰ, ਜਿੱਤਣਾ ਤਾਂ ਉਹ ਪੁਰਾਣਾ ਕਨਸੈਪਟ ਹੀ ਆ, ਮਿਊਚੁਅਲੀ ਅਸ਼ੋਰਡ ਡਿਸਟਰਕਸ਼ਨ, ਵੀ ਦੋਹਾਂ ਪਾਸਿਆਂ ਨੇ ਮਰ ਜਾਣਾ। ਤਾਂ ਹੁੰਦਾ ਨਾ ਦੋ ਧਿਰਾਂ ਆਉਂਦੀਆਂ ਇਕੱਠੀਆਂ, ਤਾਂ ਦੋਹਾਂ ਨੇ ਖਤਮ ਹੋਣਾ ਹੋਵੇ, ਫਿਰ ਉਹ ਇਸ ਕਰਕੇ ਨਹੀਂ ਲੜਦੇ। ਜੇ ਤਾਂ ਪਤਾ ਹੋਵੇ ਇੱਕ ਧਿਰ ਨੇ ਜਿੱਤ ਜਾਣਾ, ਫਿਰ ਤਾਂ ਉਹ ਟਰਾਈ ਕਰਦੇ ਕਿ ਅਸੀਂ ਇਹਨਾਂ ਨਾਲ ਲੜਾਈ ਕਰੀਏ। ਪਰ ਇਸ ਲੜਾਈ ਦੇ ਵਿੱਚ ਪਤਾ ਆ, ਅਮਰੀਕਾ ਵਾਲਿਆਂ ਨੂੰ ਵੀ ਪਤਾ ਹੈ, ਤਾਂ ਹੀ ਇਹ ਚੁੱਪ ਕਰਕੇ ਘੁੱਗ ਮਾਰ ਕੇ ਆ ਗਏ ਨਾ ਜੋ ਬਾਈਡਨ। ਇਹਨਾਂ ਨੇ ਕੁਛ ਨਹੀਂ ਕਿਹਾ ਉਹਨੂੰ ਨੇਟੋ ਬਾਰੇ। ਇਹਨਾਂ ਨੂੰ ਪਤਾ ਸੀ ਵੀ ਹੁਣ ਜੇ ਮੈਂਬਰਸ਼ਿਪ ਦੇਣ ਦਾ ਮਤਲਬ ਆ ਸਿੱਧੀ ਰਸ਼ੀਆ ਨਾਲ ਲੜਾਈ। ਬਿਲਕੁਲ। ਤਾਂ ਜੇ ਲੜਾਈ ਹੁੰਦੀ ਆ ਤਾਂ ਫਿਰ ਦੋਹਾਂ ਦਾ ਖਾਤਮਾ। ਜੇ ਤੁਸੀਂ ਚਾਹੁੰਦੇ ਆ ਖਾਤਮਾ ਕਰਨਾ, ਇਸ ਦੁਨੀਆ ਦੇ ਵਿੱਚੋਂ ਇਨਸਾਨੀਅਤ ਦਾ ਖਾਤਮਾ ਹੋ ਜਾਊਗਾ ਜੇ ਲੜਾਈ ਹੋਵੇ ਤਾਂ। ਜੀ ਬਿਲਕੁਲ। ਤੇ ਜੇ ਨਹੀਂ, ਜੇ ਤੁਸੀਂ ਉਹ ਤੋਂ ਬਚਣਾ ਆ, ਜਿੱਦਾਂ ਅੱਗੇ ਤੁਸੀਂ ਐਗਰੀਮੈਂਟ ਵੀ ਕਰਦੇ ਆ, ਟ੍ਰੀਟੀਜ਼ ਵੀ ਕਰਦੇ ਰਹੇ ਆ, ਸਮਿਟ ਵੀ ਕਰਦੇ ਰਹੇ ਆ। ਹਾਂ ਠੀਕ ਹੈ, ਉਹ ਵੀ ਸੁਪਰ ਪਾਵਰ ਹੈਗੀ ਆ, ਤੁਸੀਂ ਵੀ ਸੁਪਰ ਪਾਵਰ ਆ, ਤੁਸੀਂ ਮੰਨ ਲਓ ਨਾ ਜੀ। ਜਿੱਦਾਂ ਕਹਿੰਦੇ ਹੁੰਦੇ ਵੱਡੇ ਸਰਦਾਰਾਂ ਦਾ ਪਤਾ ਹੁੰਦਾ ਆ ਵੀ ਉਹ ਆਪਣੇ ਇਲਾਕੇ ਦਾ ਸਰਦਾਰ ਆ, ਮੈਂ ਆਪਣੇ ਇਲਾਕੇ ਦਾ ਸਰਦਾਰ ਆ। ਤੇ ਆਪਣੇ ਦੀ ਇੱਜ਼ਤ ਇਹਦੇ ਵਿੱਚ ਹੀ ਆ ਵੀ ਅਸੀਂ
ਆਪਣੀ ਸਰਦਾਰੀ ਰੱਖੀਏ, ਉਹਨਾਂ ਨੂੰ ਆਪਣੀ ਸਰਦਾਰੀ ਰੱਖਣ ਦੇਈਏ। ਤੇ ਜੇ ਅਸੀਂ ਕਹੀਏ ਨਹੀਂ ਇਹਦੀ ਸਰਦਾਰੀ ਖਤਮ ਕਰਨੀ ਆ, ਉਹ ਕਈ ਵਾਰੀ ਫਿਰ ਉਹਦੀ ਵੀ ਹੋ ਜਾਂਦੀ ਜਿਹੜਾ ਕਰਨ ਵਾਲਾ ਹੁੰਦਾ। ਬਿਲਕੁਲ। ਇਹ ਬੜੀ ਡੇਂਜਰਸ ਗੇਮ ਪਲੇ ਕਰ ਰਿਹਾ ਜੀ। ਸੋ ਇੱਕ ਜ਼ਰੂਰੀ ਸੂਚਨਾ, ਤੁਸੀਂ ਆਪਣੇ ਸੁਪਨਿਆਂ ਦਾ ਅਪਾਰਟਮੈਂਟ ਖਰੀਦਣ ਜਾ ਰਹੇ ਹੋ ਤਾਂ ਬੇਫਿਕਰ ਹੋ ਜਾਓ। ਬੋਸਾ ਡਿਵੈਲਪਰਸ ਤੁਹਾਡੇ ਲਈ ਇੱਕ ਹੋਰ ਖੁਸ਼ਖਬਰੀ ਵਾਲੀ ਖਬਰ ਲੈ ਕੇ ਆਏ ਨੇ ਕਿ ਸਰੀ ਸੈਂਟਰਲ ਅਪਾਰਟਮੈਂਟ ਯੂਨੀਵਰਸਿਟੀ ਡਿਸਟ੍ਰਿਕਟ ਦੇ ਵਿੱਚ 9ਵੇਂ ਫਲੋਰ ਤੇ 2 ਬੈਡਰੂਮ ਤੇ 2 ਵਾਸ਼ਰੂਮ ਵਾਲਾ 920 ਵਰਗ ਫੁੱਟ ਦਾ ਅਪਾਰਟਮੈਂਟ ਜਿਹੜਾ ਉਹ ਲੈ ਕੇ ਆਏ ਹੈ, ਜਿਸ ਵਿੱਚ ਤੁਹਾਨੂੰ ਮਿਲੇਗਾ 800 ਫੁੱਟ ਦਾ ਅੰਦਰੂਨੀ ਏਰੀਆ ਤੇ 120 ਫੁੱਟ ਦੀ ਬਾਲਕੋਨੀ। ਕੀਮਤ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ, $7,75,000 ਦੇ ਵਿੱਚ ਹੀ ਇਹ ਜਿਹੜਾ ਅਪਾਰਟਮੈਂਟ ਤੁਹਾਡਾ ਹੋ ਜਾਣਾ ਹੈ। ਇਹ ਅਪਾਰਟਮੈਂਟ ਸਤੰਬਰ ਦੇ ਵਿੱਚ ਹੀ, ਭਾਵ ਕਿ ਅਗਲੇ ਮਹੀਨੇ ਹੀ ਇਹਨੇ ਤਿਆਰ ਹੋ ਜਾਣਾ ਹੈ ਔਰ ਤੁਸੀਂ ਆਪਣੀ ਤਿਆਰੀ ਕਰ ਲਓ ਕਿ ਸ਼ਿਫਟ ਹੋਣ ਦੀ। ਇਸ 24 ਘੰਟੇ ਕੌਂਸੀਅਰ ਵਾਲੀ ਬਿਲਡਿੰਗ ਦੇ ਵਿੱਚ ਤੁਹਾਨੂੰ ਇੱਕ ਪਾਰਕਿੰਗ, ਇੱਕ ਸਟੋਰੇਜ ਤੋਂ ਇਲਾਵਾ ਸਵਿਮਿੰਗ ਪੂਲ, ਜਿਮ, ਗੇਮਿੰਗ ਲੌਂਜ, ਸੈਪਰੇਟ ਵਰਕਿੰਗ ਏਰੀਆ ਵਰਗੀਆਂ ਸਹੂਲਤਾਂ ਮਿਲਣਗੀਆਂ। SFU ਤੇ KPU ਵਰਗੇ ਮਿਆਰੀ ਵਿਦਿਅਕ ਅਦਾਰੇ ਤੇ ਬੱਸ ਸੇਵਾਵਾਂ ਤੁਹਾਨੂੰ ਮਹਿਜ ਵਾਕਿੰਗ ਡਿਸਟੈਂਸ ਤੇ ਉਪਲਬਧ ਹੋਣਗੀਆਂ ਔਰ ਇਹ ਸਭ ਤੋਂ ਵਧੀਆ ਤੁਹਾਡਾ ਫੈਸਲਾ ਹੋਊਗਾ ਅਗਰ ਤੁਸੀਂ ਇਸ ਅਪਾਰਟਮੈਂਟ ਨੂੰ ਆਪਣਾ ਬਣਾ ਲੈਂਦੇ ਤਾਂ। ਸੋ ਵਧੇਰੇ ਜਾਣਕਾਰੀ ਦੇ ਲਈ ਅੱਜ ਹੀ ਸੰਪਰਕ ਕਰੋ ਬੋਸਾ ਡਿਵੈਲਪਰਸ ਦੇ ਫਤਿਹ ਬੋਪਰਾਏ ਨੂੰ। ਉਹਨਾਂ ਦਾ ਫੋਨ ਨੰਬਰ ਨੋਟ ਕਰ ਲਓ ਜੀ, 604 679 6419 604 679 6419। ਸੋ ਡਾਕਟਰ ਸਾਹਿਬ, ਅਸੀਂ ਅਗਲੀ ਖਬਰ ਵੱਲ ਵਧਦੇ ਹਾਂ ਕਿ ਇੱਕ ਪਾਸੇ ਜਿਹੜੇ ਲੋਕ ਸ਼ੰਕਾ ਕਰਦੇ ਆ, ਉਹ ਕਹਿੰਦੇ ਆ ਵੀ ਜਿਹੜੀ ਜਿਸ ਤਰ੍ਹਾਂ ਦੀ ਸਾਡੇ ਕੈਨੇਡਾ ਦੀ ਫੈਡਰਲ ਸਰਕਾਰ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਨੀਤੀਆਂ ਨੇ ਵੀ ਉਹ ਦੇਸ਼ ਲਈ ਘਾਤਕ ਸਿੱਧ ਹੋ ਰਹੀਆਂ ਔਰ ਇੱਥੇ ਭੀੜ ਇਕੱਠੀ ਕੀਤੀ ਜਾ ਰਹੀ ਹੈ। ਤੇ ਦੂਜੇ ਪਾਸੇ ਜਿਹੜੇ ਆ ਇੱਕ ਰਿਪੋਰਟ ਜਿਹੜੀ ਹੈ ਉਹ ਕਹਿੰਦੀ ਹੈ ਵੀ ਜੇ ਤੁਸੀਂ ਛੋਟੀ ਉਮਰ ਦਾ, ਜਿਵੇਂ ਕਿ ਜਿਹੜੀ ਉਮਰ ਕੰਮ ਕਰਨ ਵਾਲੀ ਹੈ, ਜੇ ਉਹਨੂੰ ਮਤਲਬ ਕਿ ਮੇਨਟੇਨ ਰੱਖਣਾ ਚਾਹੁੰਦੇ ਹੋ, ਉਹ ਬੈਲੈਂਸ ਬਣਾ ਕੇ ਰੱਖਣਾ ਚਾਹੁੰਦੇ ਹੋ, ਤਾਂ ਫਿਰ ਤੁਹਾਨੂੰ ਹੋਰ ਇਮੀਗ੍ਰੇਸ਼ਨ ਦੀ ਲੋੜ ਹੈ। ਇਹਦਾ ਕੀ ਮਤਲਬ ਹੈ? ਇਹ ਜਦੋਂ ਮੰਡੇ ਇਸ ਹਫ਼ਤੇ ਡੇ ਜਾਣ ਦੇ ਐਕਚੁਅਲੀ ਮੇਰੀ ਇੱਕ ਸਪੀਚ ਇੰਪੈਡੀਮੈਂਟ ਹੈ। ਜੀ ਹਾਂ, ਉਹਦੇ ਕਰਕੇ ਥੋੜੀ ਸਮੱਸਿਆ ਕਰਕੇ ਸਟ੍ਰੋਕ ਹੋਣ ਕਰਕੇ ਤੇ ਬਿਲਕੁਲ ਹੈਗੀ ਕੁਝ ਕਹਿ ਨਹੀਂ ਹੁੰਦਾ ਤੇ ਕਈ ਵਾਰੀ ਮੈਂ ਤਾਂ ਹੀ ਅਟਕ ਜਾਂਦਾ, ਮੇਰੇ ਤੋਂ ਬੋਲ ਨਹੀਂ ਹੁੰਦਾ। ਨਹੀਂ ਅਸੀਂ ਮਜਬੂਰੀ ਸਮਝਦੇ ਹਾਂ ਜੀ, ਸਾਡੇ ਸਰੋਤੇ ਵੀ ਸਮਝਦੇ ਇਸ ਗੱਲ ਨੂੰ। ਬਿਲਕੁਲ ਹਾਂ ਜੀ। ਡੇ ਜਾਰ ਨੇ ਜਿਹੜੀ ਰਿਪੋਰਟ ਆ ਉਹਦੇ ਵਿੱਚ ਉਹਨਾਂ ਨੇ ਡੈਮੋਗ੍ਰਾਫਿਕ ਜੋ ਕਹਿੰਦੇ ਆ, ਡੈਮੋਗ੍ਰਾਫਰਸ ਉਹ ਆ ਜਿਹੜੇ ਕਿ ਆਬਾਦੀ ਦੀ ਸਟੱਡੀ ਕਰਦੇ ਜੀ। ਆਬਾਦੀ ਦੀ ਸਟੱਡੀ ਕਰਨ ਵਾਲੇ ਉਹ ਦੇਖਦੇ ਆ ਕਿ ਇੱਕ ਮਾਪਦੰਡ ਹੈ ਕਿ ਜਿਹੜੇ ਕੰਮ ਕਰਨ ਵਾਲੇ ਬੰਦੇ ਆ ਉਹਨਾਂ ਦੀ ਏਜ ਕਿੰਨੀ ਗਿਣਤੀ, ਤੇ ਜਿਹੜੇ ਰਿਟਾਇਰਮੈਂਟ ਤੋਂ ਜਿਨ੍ਹਾਂ ਨੇ ਲੈ ਲਈ ਆ, ਜਿਹੜੇ ਜੀ ਰਹੇ ਆ ਰਿਟਾਇਰਮੈਂਟ ਪੈਨਸ਼ਨ ਲੈ ਕੇ, ਤੇ ਉਹਨਾਂ ਦੀ ਪਾਪੂਲੇਸ਼ਨ ਕਿੰਨੀ ਹੈ। ਨਾਰਮਲੀ ਇਹਦਾ ਰੇਸ਼ੀਓ ਜਿਹੜਾ ਉਹ ਕੰਮ ਕਰਨ ਵਾਲੇ ਜ਼ਿਆਦਾ ਹੋਣੇ ਚਾਹੀਦੇ ਆ ਤੇ ਰਿਟਾਇਰਡ ਬੰਦੇ ਘੱਟ ਹੋਣੇ ਚਾਹੀਦੇ ਆ, ਫੇਰ ਹੀ ਉਹ ਪਾਲਣਗੇ ਜੀ। ਹੁਣ ਸਾਡੇ ਇਹ ਚੰਗੀ ਗੱਲ ਹੈ ਵੈਸੇ ਕਿ ਸਿਹਤ ਸੇਵਾਵਾਂ ਦੇ ਵਿੱਚ ਕਹਿ ਲਓ, ਬਾਕੀ ਖਾਣ ਪੀਣ ਦਾ ਕਹਿ ਲਓ, ਕਿ ਹੁਣ ਸਾਡੇ ਜਿਹੜੇ ਬਜ਼ੁਰਗਾਂ ਦੀ ਪਾਪੂਲੇਸ਼ਨ ਆ ਜੀ, ਉਹ ਥੋੜੀ ਜਿਹੀ ਜ਼ਿਆਦਾ ਹੋ ਰਹੀ ਹੈ ਜੀ, ਔਰ ਜ਼ਿਆਦਾ ਹੋਈ ਜਾ ਰਹੀ ਹੈ ਜੀ। ਹਰ ਸਾਲ ਜਿਹੜੀ ਐਵਰੇਜ ਏਜ ਜਿਹੜੀ ਵਧੀ ਜਾਂਦੀ ਹੈ ਤਾਂ ਉਹਨਾਂ ਦੇ ਨੰਬਰ ਵੀ ਵਧੀ ਜਾਂਦੇ ਆ। ਤੇ ਕਿਉਂਕਿ ਸਾਡੀ ਦੂਸਰੇ ਕੈਨੇਡਾ ਦੇ ਵਿੱਚ ਜਿਹਨੂੰ ਕਹਿੰਦੇ ਜਨਮ ਦਰ ਕਹਿੰਦੇ ਹੁੰਦੇ ਜੀ, ਤਾਂ ਉਹ ਸਾਡੀ ਘਟੀ ਜਾ ਰਹੀ ਹੈ ਤੇ ਇਹ ਖਤਰੇ ਦੀ ਘੰਟੀ ਆ। ਇਹ ਅੱਜ ਦੀ ਨਹੀਂ ਗੱਲ, ਡੈਮੋਗ੍ਰਾਫਰਸ ਨੇ ਕੈਨੇਡਾ ਦੇ ਵਿੱਚ 60 ਸਾਲ ਪਹਿਲਾਂ ਹੀ ਦੱਸਿਆ ਸੀ ਜੀ। ਇਹ ਅੱਛਾ ਠੀਕ ਹੈ ਵੀ ਪਹਿਲਾਂ ਭੁੱਖਬਾਣੀ ਹੋ ਚੁੱਕੀ। ਹਾਂ, ਇਹ ਜਿਹੜੇ ਪਾਲਿਸੀ ਮੇਕਰਸ ਜਿਹੜੇ ਉਹ ਹੁਣ ਇਲੈਕਟਡ ਬੰਦੇ ਤਾਂ ਉਹ ਹੈ ਨਹੀਂ ਗਏ, ਉਹ ਤਾਂ ਐਕਸਪਰਟ ਬੰਦੇ ਦੱਸੀ ਜਾਂਦੇ ਆ। ਬਿਲਕੁਲ, ਉਹ ਕਹਿੰਦੇ ਵੀ ਇਹ ਹੁਣ ਨੱਠ ਭੱਜ ਕਰਦੇ ਆ ਜਿਹੜੀ ਨਾ, ਤੇ ਇਹਦਾ ਮਤਲਬ ਇਹ ਨਹੀਂ ਵੀ ਕੱਲ ਪੈਦਾ ਹੋਈ ਆ, ਅਸੀਂ ਤਾਂ ਆਹ ਗੱਲਾਂ 60 ਸਾਲ ਦੀਆਂ ਦੱਸਣ ਲੱਗੇ ਆ ਵੀ ਇਹਨਾਂ
ਹੁਣ ਜਿਹੜੀ ਅੱਜ ਰਿਪੋਰਟ ਜਿਹੜੀ ਡੈਮੋਗ੍ਰਾਫਰਸ ਪੇਸ਼ ਕਰਦੇ ਆ, ਇਹ ਅਗਲੀ ਸਦੀ ਦੀ ਕਰਦੇ ਆ ਵੀ ਅਗਲੀ ਸਦੀ ਨੂੰ ਕੀ ਹੋਣਾ ਜੀ। ਹੁਣ ਉਹਦੇ ਤੇ ਪੋਲੀਟੀਸ਼ੀਅਨ ਕੋਈ ਨਾ ਅਸਰ ਆਪਣੇ ਕੰਮ ਕਰਨ, ਇਹ ਤਾਂ ਉਹਨਾਂ ਦੀ ਘਾਟ ਹੈ ਨਾ। ਜਿਹੜੇ ਐਕਸਪਰਟ ਸੀ ਉਹਨਾਂ ਨੇ ਦੱਸ ਦਿੱਤਾ ਵੀ ਇਦਾਂ ਹੋਣੀ ਆ ਜੀ। ਸਿਹਤ ਸੇਵਾਵਾਂ ਦੇ ਵਿੱਚ ਜਿਹੜੇ ਐਕਸਪਰਟ ਆ ਉਹ ਦੱਸਦੇ ਆ ਵੀ ਇਹ ਫਲਾਨੀ ਏਜ ਤੇ ਫਲਾਨੀ ਬਿਮਾਰੀ ਸ਼ੁਰੂ ਹੋ ਜਾਣੀ ਜੀ। ਕਿਸੇ ਨੂੰ ਹੋ ਸਕਦੀ ਹੈ, ਕਿਸੇ ਨੂੰ ਨਹੀਂ ਵੀ ਹੋ ਸਕਦੀ, ਪਰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਆਲ ਸਡਨ ਮੈਨੂੰ ਪਤਾ ਹੀ ਨਹੀਂ ਸੀ। ਨਹੀਂ, ਉਹ ਪਹਿਲਾਂ ਹੀ ਦੱਸੀ ਜਾਂਦੇ ਆ ਵੀ ਇਸ ਏਜ ਦੇ ਵਿੱਚ ਆਹ ਬਿਮਾਰੀ ਸ਼ੁਰੂ ਹੋ ਜਾਂਦੀ ਹੈ। ਅੱਛਾ, ਇਦਾਂ ਹੁਣ ਜਿਹੜੀ ਐਵਰੇਜ ਜਿਹੜਾ ਜਿਹਨੂੰ ਕਹਿੰਦੇ ਅਸੀਂ 100 ਜੋੜਾ, ਜਿਹਦੇ ਵਿੱਚ 200 ਬੰਦਾ ਆ, 100 ਜੋੜੇ ਨੂੰ 230 ਬੱਚੇ ਚਾਹੀਦੇ ਜੇ ਤੁਸੀਂ ਆਪਣੀ ਪਾਪੂਲੇਸ਼ਨ ਮੇਨਟੇਨ ਕਰਨੀ ਹੈ ਜੀ। ਜਦੋਂ 230 ਬੱਚਿਆਂ ਤੋਂ ਘਟਣ ਲੱਗ ਪੈਂਦੇ ਆ ਤਾਂ ਫਿਰ ਉਹ ਦੇਸ਼ ਦੀ ਜਿਹੜੀ ਆਬਾਦੀ ਆ ਉਹ ਮਾਈਨਸ ਵੱਲ ਜਾਣੀ ਸ਼ੁਰੂ ਹੋ ਜਾਂਦੀ ਹੈ। ਵੱਧਦੀ ਨਹੀਂ, ਉਹ ਘਟਦੀ ਹੈ। ਫਿਰ ਲੰਬੇ ਸਮੇਂ ਦੇ ਵਿੱਚ ਉਹਦਾ ਬਹੁਤ ਅਸਰ ਪੈਂਦਾ ਹੈ। ਹੁਣ ਕੈਨੇਡਾ ਦੀ ਜਿਹੜੀ 100 ਜੋੜੇ ਆ ਜਿਹਨਾਂ ਨੂੰ ਅਸੀਂ ਕਹਿੰਦੇ ਜੀ, ਉਹਨਾਂ ਦੇ ਪਿੱਛੇ 149 ਬੱਚੇ ਆ ਜੀ, ਚਾਹੀਦੇ ਆ 230 ਜੇ ਇਹਨੂੰ ਮੇਨਟੇਨ ਕਰਨਾ ਤਾਂ। ਸੋ ਇਹ ਕਾਫੀ ਘੱਟ ਆ, ਬਹੁਤ ਵੱਡਾ ਫਰਕ ਹੈ ਜੀ। ਹਾਂ, ਸੋ ਨੈਚੁਰਲੀ ਤਾਂ ਸਾਡੀ ਪਾਪੂਲੇਸ਼ਨ ਨਹੀਂ ਵੱਧਦੀ, ਤਾਂ ਹੁਣ ਤਾਂ ਚਾਹੀਦੀ ਹੈ ਸਾਨੂੰ ਇਮੀਗ੍ਰੈਂਟਸ ਚਾਹੀਦੇ। ਇਮੀਗ੍ਰੈਂਟਸ ਦਾ ਕਰਕੇ ਸਾਡੀ ਵਧੀ ਪਾਪੂਲੇਸ਼ਨ ਪਹਿਲਾਂ ਵੀ। ਤੇ ਇੱਕ ਜਿਹੜਾ ਕੰਟਰੋਵਰਸ਼ੀਅਲ ਗੱਲ ਇਹਨਾਂ ਨੇ ਕੀਤੀ ਆ ਰਿਪੋਰਟ ਨੇ, ਉਹ ਕਹਿੰਦੇ ਵੀ ਸਾਨੂੰ 2.2% 2.2% ਜਿਹੜਾ ਇਮੀਗ੍ਰੈਂਟ ਲਿਆਉਣੇ ਚਾਹੀਦੇ ਪਾਪੂਲੇਸ਼ਨ ਦਾ ਜੀ। ਤਾਂ ਜਿਹਦੀ ਗਿਣਤੀ ਬਣਦੀ ਆ 2.2 ਦੀ 40 ਮਿਲੀਅਨ ਨੇ ਸਾਡੇ ਬੰਦੇ, ਤੇ 8,80,000 ਬਣ ਜਾਂਦਾ ਹਰੇਕ ਸਾਲ। 8,80,000 ਬੰਦਾ ਕਹਿੰਦੇ ਇੱਥੇ ਲਿਆਉਂਗੇ ਤਾਂ ਫੇਰ ਅਸੀਂ ਮੇਨਟੇਨ ਕਰ ਸਕਦੇ ਹਾਂ ਉਹ ਗੱਲ, ਫੇਰ ਤਾਂ ਸਾਡੀ ਆਬਾਦੀ ਵੱਧ ਸਕਦੀ ਹੈ ਜੀ। ਅੱਛਾ, ਉਹ ਵੀ ਉਹ ਬੰਦੇ ਲੈ ਕੇ ਆਓ ਵੀ ਜਿਹੜੇ 65 ਸਾਲ ਤੋਂ ਘੱਟ ਹੁੰਦੇ ਆ, ਜਿਹੜੇ ਐਕਚੁਅਲੀ ਵਰਕਿੰਗ ਪਾਪੂਲੇਸ਼ਨ, ਮਤਲਬ ਇਹ ਨਾ 64 ਦੇ ਲੈ ਆਓ। ਤੁਸੀਂ ਦੇਖਿਆ ਹੋਣਾ ਵੀ ਜਿਹੜੇ ਪੁਆਇੰਟ ਸਿਸਟਮ ਤੇ ਵੀ ਬੰਦੇ ਆਉਂਦੇ ਆ ਜੀ, 21 ਸਾਲ ਤੋਂ 45 ਸਾਲ ਤਾਈਂ ਮੈਕਸਿਮਮ 21 ਸਾਲ ਦੇ ਜ਼ਿਆਦਾ ਪੁਆਇੰਟ ਮਿਲਦੇ ਆ, 45 ਤੋਂ ਬਾਅਦ ਫਿਰ 0 ਮਿਲਣ ਲੱਗ ਪੈਂਦੇ ਆ, ਕਿਉਂਕਿ ਉਹਦੀ ਏਜ ਦੀ ਕੋਈ ਕਦਰ ਨਹੀਂ ਰਹਿੰਦੀ। ਕਿਉਂਕਿ ਉਹ ਤਾਂ ਉਹਨਾਂ ਫੋਰਸਸ ਨੂੰ ਜੁਆਇਨ ਕਰਨ ਦੀ ਜਿਹੜੇ ਅੱਗੇ ਹੀ ਪੈਨਸ਼ਨ ਤੇ ਬੈਠੇ ਆ ਜੀ। ਬਿਲਕੁਲ, ਸਾਡੇ ਪਹਿਲਾਂ ਪੇਰੈਂਟਸ ਦੀ ਐਪਲੀਕੇਸ਼ਨ ਵੈਸੇ ਹੀ ਕਰ ਦਿੰਦੇ ਹੁੰਦੇ ਸੀ ਤਾਂ ਉਹ ਆ ਜਾਂਦੇ ਸੀ। ਉਦੋਂ ਮਤਲਬ ਕਮ ਸੇ ਕਮ ਸੀਨੀਅਰ ਪਾਪੂਲੇਸ਼ਨ ਘੱਟ ਸੀ। ਫਿਰ ਜਿਹੜੇ ਸੂਬੇ ਆ ਇਹਨਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਵੀ ਤੁਸੀਂ ਬੰਦੇ ਤੁਸੀਂ ਲੈ ਕੇ ਆਉਣੇ ਫੈਡਰਲ ਗਵਰਨਮੈਂਟ ਤੇ ਪੱਲੇ ਸਾਡੇ ਪੈ ਜਾਂਦੇ, ਸਿਹਤ ਸੇਵਾਵਾਂ ਜਿਹੜੀਆਂ ਅਸੀਂ ਪੇ ਕਰਦੇ ਹਾਂ। ਬਿਲਕੁਲ, ਐਕਚੁਅਲੀ ਇਹ ਜੂਰਿਸਡਿਕਸ਼ਨ ਆ, ਉਹਨਾਂ ਦਾ ਅਧਿਕਾਰ ਖੇਤਰ ਆ, ਉਹ ਕਰੀ ਜਾਂਦੇ ਕੰਮ। ਇੰਡਸਟਰੀ ਪੁੱਛਦੀ ਆ, ਐਗਰੀਕਲਚਰ ਵਾਲੇ ਪੁੱਛਦੇ ਆ, ਕੰਸਟਰਕਸ਼ਨ ਵਾਲੇ ਪੁੱਛਦੇ ਆ ਵੀ ਸਾਨੂੰ ਬੰਦੇ ਚਾਹੀਦੇ, ਉਹ ਬੰਦੇ ਲਿਆ ਕੇ ਇੱਥੇ ਰੱਖ ਦਿੰਦੇ। ਪਰ ਜਦੋਂ ਪੇਰੈਂਟਸ ਨੂੰ ਸਾਦੇ ਆਪਣੇ ਨੂੰ, ਜਿਨ੍ਹਾਂ ਨੂੰ 65 ਸਾਲ ਤੋਂ ਉੱਪਰ ਬਹੁਤ ਕੁਝ ਚਾਹੀਦਾ ਹੁੰਦਾ, ਗੋਡੇ ਪੈਣ ਵਾਲੇ, ਮੋਢੇ ਪੈਣ ਵਾਲੇ ਆ, ਮਤਲਬ ਸਮੱਸਿਆਵਾਂ ਜਦੋਂ ਐਕਚੁਅਲੀ ਹੋਣੀਆਂ ਸ਼ੁਰੂ ਹੁੰਦੀਆਂ ਤਾਂ ਉਦੋਂ ਸੂਬੇ ਕਹਿੰਦੇ ਕਿ ਉਹਨਾਂ ਬੰਦਿਆਂ ਨੂੰ ਤੁਸੀਂ ਲਿਆ ਕੇ ਇੱਥੇ ਰੱਖ ਦਿੰਦੇ, ਜਾਂ ਤਾਂ ਪੈਸੇ ਦਿਓ ਸਾਨੂੰ। ਬਿਲਕੁਲ, ਤੁਸੀਂ ਕਹੋ ਵੀ ਤੁਹਾਡੇ ਇੰਨੇ ਸੀਨੀਅਰ ਆਉਣੇ ਆ ਤੇ ਇਹਨਾਂ ਦੀ ਇੰਨੀ ਕੁ ਖਰਚਾ ਹੋਣਾ, ਇੰਨੇ ਪੈਸੇ ਲਾਓ। ਬਾਕੀ ਇਹਨਾਂ ਦੇ ਪੈਸੇ ਐਕਸਟਰਾ ਦਿਆ ਕਰੋ। ਇਹ ਨਹੀਂ ਵੀ ਫੈਡਰਲ ਗਵਰਨਮੈਂਟ ਦਿੰਦੀ ਨਹੀਂ ਹੈ, ਫੈਡਰਲ ਗਵਰਨਮੈਂਟ ਦਿੰਦੀ ਹੈ, ਇਹ ਸਮਝਦੇ ਵੀ ਉਹ ਤਾਂ ਉਹਨਾਂ ਦਾ ਫਰਜ਼ ਹੀ ਬਣਦਾ ਹੈ, ਪਰ ਇਹਨਾਂ ਦੇ ਐਕਸਟਰਾ ਪੈਸੇ ਦੇਣ। ਸੋ ਜੇ ਪਾਪੂਲੇਸ਼ਨ ਦੀ ਇਹਨਾਂ ਨੇ ਜਸਟਿਨ ਟਰੂਡੋ ਨੇ 5 ਲੱਖ ਬੰਦਿਆਂ ਦਾ ਪਹਿਲਾਂ ਪਿਛਲੇ ਸਾਲ ਅਨਾਉਂਸਮੈਂਟ ਕੀਤੀ ਸੀ ਵੀ ਹਰੇਕ ਸਾਲ 5 ਲੱਖ ਬੰਦਾ ਅਸੀਂ ਸੱਦਣਾ। 5 ਲੱਖ ਤੇ ਕਿਊਬੈਕ ਵਾਲੇ ਤਾਂ ਪਹਿਲਾਂ ਹੀ ਨਾ ਕਰ ਗਏ। ਉਹ ਕਹਿੰਦੇ ਵੀ ਅਸੀਂ 5 ਲੱਖ ਦੇ ਹਿਸਾਬ ਦੇ ਨਾਲ, ਜਿੱਦਾਂ ਉਹਨਾਂ ਦੀ 22% ਪਾਪੂਲੇਸ਼ਨ ਆ, 5 ਦੇ ਨਾਲ ਹੋ ਗਏ 1,10,000। ਸੋ 1,10,000 ਇਮੀਗ੍ਰੈਂਟ ਉਹਨਾਂ ਨੂੰ ਸੈਟਲ ਕਰਨਾ ਚਾਹੀਦਾ। ਉਹ ਕਹਿੰਦੇ ਸਾਡੀ ਕੈਪੈਸਿਟੀ ਹੈ ਨਹੀਂ, ਅਸੀਂ ਨਹੀਂ ਇੰਨੇ ਬੰਦੇ ਬਣਨ ਦੇਣੇ। ਉਹਨਾਂ ਨੂੰ ਹੁਣ ਕਹਿੰਦੇ ਵੀ ਕੁਛ ਨਹੀਂ, 78 ਸੀਟਾਂ ਆ ਉਹਨਾਂ ਦੇ ਕੋਲ, ਇਲੈਕਸ਼ਨ ਲੜਨੀ ਹੈ। ਜੇ ਤੁਸੀਂ ਇਲੈਕਸ਼ਨ ਦੇ ਵਿੱਚ ਸਰਕਾਰ ਬਣਾਉਣੀ ਆ ਤਾਂ ਕਿਊਬੈਕ ਜਿੱਤਣਾ ਜ਼ਰੂਰੀ ਹੈ, ਭਾਵੇਂ ਉਹ ਕਈ ਵਾਰੀ ਗਲਤ ਗੱਲ
ਕਰ ਦੇਣ ਚਾਹੇ ਠੀਕ ਕਰ ਦੇਣ, ਉਹਨਾਂ ਦੀ ਗੱਲ ਮੰਨਣੀ ਆ, ਰਾਜੀ ਰੱਖਣੇ ਪੈਂਦੇ ਆ, ਰਾਜੀ ਰੱਖਣੇ ਪੈਂਦੇ ਆ। ਤਾਂ ਇੰਟੀਰੀਓ ਵਾਲੇ ਰਾਜੀ ਰੱਖਣੇ ਪੈਂਦੇ ਆ, ਜਿਨ੍ਹਾਂ ਤੋਂ ਬਹੁਤ ਜ਼ਿਆਦਾ ਸੀਟਾਂ ਹੈ। ਬਿਲਕੁਲ ਸਾਡੇ ਵਰਗਿਆਂ ਨੂੰ ਕੋਈ ਨਹੀਂ ਪੁੱਛਦਾ, ਨਾ ਅਲਬਰਟਾ ਨੂੰ ਪੁੱਛਦਾ ਹੈ, ਕਿਉਂਕਿ ਇਧਰੋਂ ਤਾਂ ਇੱਕ ਵਾਰੀ ਪੀਅਰ ਐਲੀਅਟ ਟਰੂਡੋ ਦੀ ਜਿਹੜੀ ਲਾਸਟ ਗਵਰਨਮੈਂਟ ਸੀ, ਜਦੋਂ ਪ੍ਰਾਈਮ ਮਿਨਿਸਟਰ ਰਿਟਾਇਰ ਹੋਇਆ, ਵਿਨੀਪੈਗ ਤੋਂ ਇਧਰ ਨੂੰ ਵੈਸਟ ਨੂੰ ਉਹਨਾਂ ਦਾ ਇੱਕ ਹੀ ਐਮਪੀ ਸੀ ਸਿਰਫ, ਵਿਨੀਪੈਗ ਸੈਂਟਰ ਤੋਂ ਜਿੱਤਿਆ ਸੀ। ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਬਈ ਵੈਸਟਰਨ ਕੈਨੇਡਾ ਦੇ ਵਿੱਚ ਸਾਡੀ ਪਾਰਟੀ ਹੈ ਜਾਂ ਨਹੀਂ। ਸਾਰੇ ਬੰਦੇ ਇੰਟੀਰੀਓ, ਕਿਬੈਕ ਤੇ ਮੈਰੀਟਾਈਮ ਵਾਲੇ ਉਹਨਾਂ ਦੇ। ਹੁਣ 8,80,000 ਜੇ ਦੱਸ ਦਿਓ ਲੋਕਾਂ ਨੂੰ, 2.2% ਕਰਕੇ ਤਾਂ ਰੌਲਾ ਰੱਪਾ ਨਹੀਂ ਪਿਆ। ਜੇ 8,80,000 ਸਿੱਧਾ ਨਾ ਲਓ, ਸਹੀ ਫਿਗਰ ਕਰਦੇ ਹੋ ਤਾਂ ਫਿਰ ਪਤਾ ਲੱਗਿਆ। ਇੱਥੇ ਲੋਕਾਂ ਨੇ ਮਜ਼ਾਰੇ ਕਰਨੇ ਸ਼ੁਰੂ ਕਰ ਦੇਣੇ, ਇੰਨੇ ਬੰਦੇ ਲਿਆਉਣੇ ਆ, ਤੁਸੀਂ ਇੰਨੇ ਬੰਦੇ ਲਿਆਉਣੇ ਆ, ਕਿੱਦਾਂ ਸੈਟਲ ਕਰੋਗੇ? ਸਭ ਤੋਂ ਵੱਡੀ ਇਸ਼ੂ ਆ ਗਈ ਆ ਸਾਡੇ ਲਈ ਇੱਥੇ ਹਾਊਸਿੰਗ। ਬਿਲਕੁਲ, ਹਾਊਸਿੰਗ ਦੇ ਵਿੱਚ ਇਹ ਬਹੁਤ ਵੱਡੀ ਸਮੱਸਿਆ ਹੈ ਜੀ। ਇੱਕ ਜ਼ਮਾਨਾ ਹੁੰਦਾ ਸੀ ਜਦੋਂ ਮਿਊਨਿਸਪੈਲਿਟੀਜ਼, ਪ੍ਰੋਵਿੰਸ਼ੀਅਲ ਸਰਕਾਰਾਂ ਤੇ ਫੈਡਰਲ ਗਵਰਨਮੈਂਟ, ਇਹ ਤਿੰਨੇ ਰਲ ਕੇ ਇੱਕ ਸਬਸਿਡਾਈਜ਼ ਹਾਊਸਿੰਗ ਬਣਾਉਂਦੇ ਹੁੰਦੇ ਸੀ। ਅਪਾਰਟਮੈਂਟ ਬਹੁਤ, ਤੁਸੀਂ ਇੰਟੀਰੀਅਰ ਜਾਓਗੇ ਤਾਂ ਇਦਾਂ ਦੇਖੋਗੇ ਅਪਾਰਟਮੈਂਟ ਹੀ ਅਪਾਰਟਮੈਂਟ ਕਈ ਬਣੇ ਪਏ ਆ, ਬੜੇ ਪੁਰਾਣੇ ਆ, ਬੜੇ ਸਸਤੇ ਉਹਨਾਂ ਦੇ ਰੈਂਟ ਆ। ਉਹ ਇਸ ਕਰਕੇ ਉਹ ਸਰਕਾਰ ਨੇ ਉਦੋਂ ਬਣਾਈ ਸੀ, ਉਦੋਂ ਬਾਅਦ ਇਹਨਾਂ ਨੇ ਛੱਡ ਦਿੱਤਾ। ਉਹ ਆਪਣਾ ਜੂਰਿਸਡਿਕਸ਼ਨ ਚ ਮਸਤ ਆ, ਉਹ ਆਪਣੇ ਚ ਮਸਤ ਆ, ਤੇ ਹੁਣ ਕਿਸੇ ਨੇ ਕੋਈ ਨਹੀਂ ਉਹਨੂੰ ਚੱਕਦਾ ਇਸ਼ੂ ਨੂੰ ਜੀ। ਸੋ ਬਾਟਮ ਲਾਈਨ ਇਜ਼, ਜੇ ਇਮੀਗ੍ਰੈਂਟਸ ਨਾ ਹੋਣ ਤਾਂ ਇੱਥੇ ਸਾਡਾ ਸਿਸਟਮ ਨਹੀਂ ਚੱਲਣਾ ਜੀ, ਉਹਨਾਂ ਦੀ ਲੋੜ ਆ। ਬਿਲਕੁਲ। ਸੋ ਡਾਕਟਰ ਸਾਹਿਬ, ਸਮਾਂ ਸਾਡੇ ਕੋਲ ਘਟਦਾ ਜਾ ਰਿਹਾ ਹੈ, ਔਰ ਅਸੀਂ ਜਾਣਨਾ ਚਾਹੁੰਦੇ ਸੀ ਕਿ ਫ੍ਰੈਂਚ ਸਟੇਟ ਨੇ ਕਹਿੰਦੇ ਨਾ ਸਲਾਹਕਾਰ ਫਰਮਾਂ ਦੇ ਨਾਲ ਇਕਰਾਰਨਾਮਾ ਕਰਦਿਆਂ ਆ ਸਾਰੇ ਨਿਯਮ ਸ਼ਿੱਕੇ ਟੰਗ ਕੇ ਅੰਨ੍ਹੇਵਾਹ ਖਰਚ ਕੀਤਾ ਹੈ, ਪਰ ਜਿਹੜੀ ਫ੍ਰੈਂਚ ਕੋਰਟ ਆਫ ਆਡਿਟ ਹੈ ਜਿਹੜੀ, ਉਹਨੇ ਕਿਹਾ ਵੀ ਉਹਨੇ ਇਸ ਦੀ ਆਲੋਚਨਾ ਕੀਤੀ ਹੈ। ਤੁਸੀਂ ਕਿਉਂ ਹੁੰਦੇ ਹੋ? ਦੇਖੋ, ਉਹਨਾਂ ਨੇ ਤਾਂ ਆਡਿਟ ਕਰਕੇ ਤਾਂ ਇਹ ਆਲੋਚਨਾ ਕਰਤੀ। ਇਹ ਦੁਨੀਆ ਭਰ ਚ ਹੁੰਦਾ ਸਭ ਕੁਝ ਜੀ, ਇੱਥੇ ਵੀ ਹੁੰਦਾ। ਇਹ ਕੀ ਕਰਦੇ ਕਿ ਵੈਸੇ ਤਾਂ ਟੈਕਨੀਕਲੀ, ਜੇ ਤੁਸੀਂ ਥਿਊਰੀ ਦੇ ਵਿੱਚ ਦੇਖਦੇ ਆ ਜੀ, ਅਸੀਂ ਬਿਊਰੋਕਰੈਟਸ ਜਿਹੜੇ ਸਿਵਲ ਸਰਵੈਂਟਸ ਤਾਂ ਹੀ ਹਾਇਰ ਕਰਦੇ ਆ ਵੀ ਉਹਨਾਂ ਦੀ ਐਕਸਪਰਟਿਸ ਹੁੰਦੇ ਆ। ਸਭ ਤੋਂ ਪਹਿਲਾਂ ਤਾਂ ਅਸੀਂ ਉਹਨੂੰ ਹਾਇਰ ਕਰਦੇ ਆ ਜਿਹੜਾ ਬੰਦਾ ਪੜ੍ਹਿਆ ਲਿਖਿਆ ਜੀ। ਅਫਸਰ ਉਹਨਾਂ ਨੂੰ ਬਣਾਉਣੇ ਆ ਜਿਹੜੇ ਬੰਦੇ ਯੂਨੀਵਰਸਿਟੀ ਡਿਗਰੀ ਲੈ ਕੇ ਬੈਠੇ ਜੀ। ਜਦੋਂ ਉਹ ਸਿਵਲ ਸਰਵਿਸ ਜੁਆਇਨ ਕਰ ਲੈਂਦੇ ਨੇ, ਫਿਰ ਉਹਨਾਂ ਨੂੰ ਹੋਰ ਵੀ, ਜੇ ਕਿਸੇ ਨੇ ਐਜੂਕੇਸ਼ਨ ਲੈਣੀ ਆ, ਉਹਦੀ ਫੇਰ ਵੀ ਸਰਕਾਰ ਪੇ ਕਰਦੀ ਵੀ ਤੂੰ ਸੈਕੰਡ ਡਿਗਰੀ ਲੈ ਲਓ, ਥਰਡ ਡਿਗਰੀ ਲੈ ਲਓ। ਤੁਸੀਂ ਇੱਥੇ ਵਿਕਟੋਰੀਆ ਜਾ ਕੇ ਦੇਖ ਲਓ, ਜਿਹੜੇ ਸੈਕਟਰੀ ਲੈਵਲ ਦੇ ਬੰਦੇ ਹੋਣਗੇ ਨਾ, ਬਹੁਤੇ ਬੰਦੇ ਉਹਨਾਂ ਚੋਂ PhD ਆ ਜੀ, ਇਹਨਾਂ ਨੇ ਪੜ੍ਹਾਈ ਕੀਤੀ ਹੈ। ਸਾਡੀ ਅਸੰਪਸ਼ਨ ਹੈ ਵੀ ਇਹ ਬੰਦੇ ਸਰਕਾਰ ਦਾ ਸਾਰਾ ਕੰਮ ਕਰਨ ਜੀ। ਜਦੋਂ ਵੀ ਕੋਈ ਵੀ ਇਹਨਾਂ ਨੂੰ ਰਿਪੋਰਟ ਲਿਖਣੀ ਆ, ਕੋਈ ਪਾਲਿਸੀ ਨਵੀਂ ਆਉਣੀ ਆ, ਪੁਰਾਣੀ ਆਉਣੀ ਆ, ਪੁਰਾਣੀ ਦਾ ਕੋਈ ਇਹਨਾਂ ਨੇ ਮੁਲਾਂਕਣ ਕਰਨਾ ਕਿ ਚੰਗੀ ਜਾਂ ਮਾੜੀ ਨਹੀਂ ਜੀ, ਤੇ ਇਹ ਸਾਨੂੰ ਜਾਂ ਦੱਸਣ ਵੀ ਜੇ ਫਿਸ਼ਰੀਜ਼ ਘਟ ਗਈਆਂ, ਇਹਨੂੰ ਕੀ ਕੀਤਾ ਜਾਵੇ, ਇਹਨੂੰ ਬੰਦ ਕੀਤਾ ਜਾਵੇ, ਇਹਨੂੰ ਰਿਵਾਈਵ ਕਿੱਦਾਂ ਕੀਤਾ ਜਾਵੇ, ਸਾਡੇ ਅੱਗਾਂ ਲੱਗਦੀਆਂ ਇਹਨਾਂ ਦਾ ਸਬਸਟੀਟਿਊਟ ਕੀ ਆ, ਵੀ ਕਿੱਦਾਂ ਹਟਾਉਣੀਆਂ, ਇਹ ਸਾਰਾ ਕੁਝ ਇਹਨਾਂ ਦਾ ਕੰਮ ਆ ਜੀ। ਇਹ ਇਹਨਾਂ ਨੇ ਕੀ ਕੀਤਾ ਹੈ ਕਿ ਹੁਣ ਕਿਉਂਕਿ ਪੈਸੇ ਤਾਂ ਆਉਂਦੇ ਰਹਿੰਦੇ, ਹਰ ਇੱਕ ਡਿਪਾਰਟਮੈਂਟ ਨੂੰ ਪੈਸੇ ਦਿੰਦੇ ਰਹਿੰਦੇ ਆ ਜੀ। ਜਦੋਂ ਪਹਿਲਾਂ ਆਉਂਦੇ ਨਾ ਪੈਸੇ ਬਜਟ ਵਿੱਚੋਂ, ਤਾਂ ਕੱਲੇ ਡਿਪਾਰਟਮੈਂਟ ਨੂੰ ਐਲੋਕੇਟ ਕਰ ਦਿੰਦੇ ਆ ਉਹ ਜੀ। ਪਹਿਲਾਂ ਤਾਂ ਉਹ ਸੈਕਟਰੀ ਲੈਵਲ ਤੇ ਆਉਂਦੇ ਆ, ਫਿਰ ਉਹਨਾਂ ਨੇ ਆਪਣੇ ਬੰਦਿਆਂ ਨੂੰ ਸਾਰਿਆਂ ਨੂੰ, ਡਾਇਰੈਕਟਰਸ ਨੂੰ, ਐਗਜ਼ੈਕਟਿਵ ਡਾਇਰੈਕਟਰਸ ਨੂੰ, ਕੱਲੇ ਨੂੰ, ਜਿੱਦਾਂ BSF ਵਾਲੇ ਨਹੀਂ ਹੁੰਦੇ ਸੀ, ਉਹਨਾਂ ਨੂੰ ਕੱਲੀ ਬਟਾਲੀਅਨ ਨੂੰ, ਕਮਾਂਡਾਂਟ ਨੂੰ ਦਿੱਤੇ ਹੁੰਦੇ ਸੀ ਪੈਸੇ ਵੀ ਤੁਸੀਂ ਸਭ ਕੁਝ ਕਰੋ। ਤੇ ਇਹ ਇਦਾਂ ਹੀ ਫਿਰ ਇਹਨਾਂ ਦੇ ਕੋਲ ਹੁੰਦੇ ਆ ਪੈਸੇ, ਆਪਣਾ ਡਿਪਾਰਟਮੈਂਟ ਰਨ ਕਰਨ ਲਈ ਵੀ ਹੁੰਦੇ ਆ ਤੇ ਵਾਧੂ ਪੈਸੇ ਵੀ ਹੁੰਦੇ ਉਹਨਾਂ ਦੇ ਕੋਲ। ਤਾਂ ਉਹ ਜਦੋਂ ਕੋਈ ਉਹਨਾਂ ਨੂੰ ਸਰਕਾਰ ਕਹਿੰਦੀ ਆ ਕਿ ਤੁਸੀਂ ਚਲੋ ਵੀ ਹਾਈਵੇ ਉੱਥੇ ਚਾਹੀਦਾ ਜਾਂ ਨਹੀਂ ਚਾਹੀਦਾ, ਸਾਨੂੰ ਇੱਕ ਸਟੱਡੀ ਭੇਜੋ ਇੱਥੋਂ ਜੀ, ਤਾਂ ਉਹ ਰਾਹ ਦੇ ਵਿੱਚ ਕਹਿੰਦੇ ਐਗਰੀਕਲਚਰ ਲੈਂਡ ਆ, ਕੋਈ ਬਾਇਓਡਾਇਵਰਸਿਟੀ ਆਉਂਦੀ ਆ, ਵੀ ਉਹਨੂੰ ਕਿੱਦਾਂ ਓਵਰਕਮ ਕੀਤਾ ਜਾਵੇ ਜੀ। ਅੱਛਾ, ਉਹ ਆਪਣੇ ਆਪ ਕੰਮ ਕਰਨ ਦੀ ਬਜਾਏ ਇਹ ਬਿਊਰੋਕਰੇਟ ਕੀ ਕਰਦੇ ਆ
ਇਹ ਕੋਈ ਐਕੈਡੈਮਿਕ ਬੰਦਾ ਹਾਇਰ ਕਰ ਲੈਂਦੇ ਆ, ਕੋਈ ਥਿੰਕ ਟੈਂਕ ਦਾ ਬੰਦਾ ਹਾਇਰ ਕਰ ਲੈਂਦੇ ਆ ਵੀ ਸਾਡੇ ਤੋਂ ਪੈਸੇ ਹੈਗੇ ਆ, ਤੁਹਾਨੂੰ ਦਿੰਨੇ ਆ ਅਸੀਂ, ਤੇ ਰਿਪੋਰਟ ਉਹ ਦੇ ਦਿੰਦੇ ਤੁਹਾਨੂੰ, ਤੇ ਉਹ ਰਿਪੋਰਟ ਖਰੀਦ ਕੇ ਅੱਗੇ ਨੂੰ ਕਰ ਦਿੱਤੀ ਜੀ। ਤੇ ਉਹਨੂੰ ਕਹਿਤਾ ਭਾਈ ਵੀ ਤੂੰ ਰਿਪੋਰਟ ਸਾਡੀ ਆ, ਵੀ ਤੂੰ ਆਪਣੀ ਨਾ ਪਬਲਿਸ਼ ਕਰਦੀ ਕਿਤੇ, ਅਸੀਂ ਤੈਨੂੰ ਪੈਸੇ ਦਿੱਤੇ ਆ। ਬਹੁਤ ਸਾਡੇ ਕੋਲ ਵੀ ਆਉਂਦੇ ਆ ਕੰਟਰੈਕਟ ਜਿਹੜੇ ਕਹਿੰਦੇ ਕਿ ਆਹ ਰਿਸਰਚ ਕਰਦੇ ਦੇ, ਤਾਂ ਪਰ ਸਾਡਾ ਪੂਰਾ ਕਾਪੀਰਾਈਟ ਆ ਜੀ। ਅਗਲਾ ਸੋਚਦਾ ਵੀ ਆਹ ਤਾਂ ਮੇਰੇ ਤੋਂ ਪਿਆ ਹੀ ਆ ਡਾਟਾ, ਤਾਂ ਮੈਂ ਹਫ਼ਤੇ ਚ ਕਰ ਦਿੰਦਾ $10,000 ਜਾਂ $20,000 ਕੋਈ ਗੱਲ ਨਹੀਂ, ਪੈਸੇ ਵਾਧੂ ਮਿਲਦੇ ਆ ਤਾਂ ਲੈ ਲਓ। ਤੇ ਉਹ ਫ੍ਰੈਂਚ ਕੋਰਟ ਹੁਣ ਕਹਿੰਦੀ ਵੀ ਇਹ ਤਾਂ ਤੁਹਾਨੂੰ ਤਾਂ ਆਦਤ ਹੀ ਪੈ ਗਈ ਆ, ਇੰਨੀ ਬੁਰੀ ਆਦਤ ਪਈ ਆ ਵੀ ਹਰ ਇੱਕ ਚੀਜ਼ ਤੇ ਹੀ ਤੁਸੀਂ ਪ੍ਰਾਈਵੇਟ ਕੰਟਰੈਕਟ ਦਿੱਤੇ ਆ, ਤੇ ਤੁਸੀਂ ਕੀ ਕਰਦੇ ਆ ਜੀ, ਜਿਹੜੇ ਸਿਵਲ ਸਰਵੈਂਟਸ ਆ, ਬਿਲਕੁਲ, ਵੀ ਤੁਹਾਨੂੰ ਹਾਇਰ ਕੀਤਾ ਹੈ ਕੰਮ ਕਰਨ ਨੂੰ, ਤੇ ਕਰਦੇ ਤੁਸੀਂ ਕੀ ਆ? ਅੱਜ ਦਾ ਭਗਵੰਤ ਮਾਨ ਨੂੰ ਕਿਸੇ ਨੇ ਦੱਸਿਆ ਹੀ ਨਹੀਂ, ਉਹਦੇ ਅਫਸਰਾਂ ਨੇ, ਵੀ ਇਹ ਸੰਵਿਧਾਨ ਹੈ ਕਿਹਾ, ਗੈਰ ਸੰਵਿਧਾਨ ਹੈ। ਗੁਰਦੁਆਰਾ ਐਕਟ ਨੂੰ ਤੁਸੀਂ ਤਰਮੀਮ ਕਰ ਸਕਦੇ ਜਾਂ ਨਹੀਂ ਕਰ ਸਕਦੇ, ਇਹ ਇਹਨਾਂ ਦਾ ਕੰਮ ਆ। ਵੈਸੇ ਐਕਸਪਰਟ ਨੂੰ ਅਸੀਂ ਜੀ ਕਰਾਂਗੇ, ਐਕਸਪਰਟ ਦੇ ਨਾਲ ਗੱਲ ਕਰਾਂਗੇ, ਐਕਸਪਰਟ ਦੇ ਨਾਲ ਗੱਲ ਵੀ ਕਰ ਸਕਦੇ ਆ, ਕਿਉਂਕਿ ਕਈ ਵਾਰੀ ਗੰਭੀਰ ਵੀ ਇਸ਼ੂ ਹੁੰਦੀਆਂ, ਜ਼ਰੂਰੀ ਨਹੀਂ ਵੀ ਸਾਰੇ ਉਹ ਬੰਦ ਹੋ ਜਾਣ, ਪਰ ਆਦਤ ਇੰਨੀ ਪਈ ਆ ਵੀ ਹਰ ਇੱਕ ਮਾਈਨਰ ਚੀਜ਼ ਵੀ ਜਿਹੜੀ ਆ ਉਹਦਾ ਕੰਟਰੈਕਟ ਦਿੰਦੇ ਆ। ਉਹ ਕਹਿੰਦੇ ਵੀ ਜਿਹੜੀ ਤੁਹਾਡੀ ਐਕਸਪਰਟੀਜ਼ ਕਿੱਧਰ ਗਈ? ਆਡਿਟ ਜਿਹੜਾ ਕੀਤਾ ਫਰਾਂਸ ਦੇ ਵਿੱਚ, ਉਹ ਕਹਿੰਦੇ ਤੁਹਾਡੀ ਐਕਸਪਰਟੀਜ਼ ਹੈ ਕਿੱਥੇ? ਬਿਲਕੁਲ, ਜੇ ਹਰ ਇੱਕ ਚੀਜ਼ ਦੀ ਰਿਪੋਰਟ ਜਿਹੜੀ ਆ ਉਹ ਤਾਂ ਤੁਸੀਂ ਬਾਹਰੋਂ ਖਰੀਦਦੇ ਤੇ ਫਿਰ ਤੁਸੀਂ ਕੀ ਕਰਦੇ ਆ? ਬੈਠੇ ਮੂਲੀਆਂ ਖਾਣੇ। ਸੋ ਹੁਣ ਸਾਡੇ ਵਿਚਾਰ ਦਾ ਸਮਾਂ ਆ ਗਿਆ। ਬਿਲਕੁਲ, ਅੱਜ ਦਾ ਵਿਚਾਰ ਹੈ ਡਾਕਟਰ ਸਾਹਿਬ, ਵਸ ਚੱਲੇ ਮੈਂ ਹਰ ਇੱਕ ਰੁੱਤ ਨੂੰ ਚੇਤਰ ਰੁੱਖ ਬਣਾਵਾਂ, ਵਸ ਚੱਲੇ ਮੈਂ ਹਰ ਇੱਕ ਰੁੱਤ ਨੂੰ ਚੇਤਰ ਰੁੱਤ ਬਣਾਵਾਂ, ਇਸ ਵਤਨ ਦੀ ਮਿੱਟੀ ਗੋਵਾਂ, ਸੁੱਚੇ ਫੁੱਲ ਉਗਾਵਾਂ, ਉਸ ਵੇਲੇ ਕਿਉਂ ਸਾਡੇ ਮੂੰਹ ਨੂੰ ਚੁੱਪ ਦੇ ਜੰਦਰੇ ਲੱਗੇ, ਉਸ ਵੇਲੇ ਕਿਉਂ ਸਾਡੇ ਮੂੰਹ ਨੂੰ ਚੁੱਪ ਦੇ ਜੰਦਰੇ ਲੱਗੇ, ਚਿੜੀਆਂ ਦਾ ਜਦ ਭੱਪਾ ਖਾ ਖਾ ਸ਼ੋਰ ਮਚਾਇਆ ਕਾਵਾਂ, ਸ਼ੋਰ ਮਚਾਇਆ ਕਾਵਾਂ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ। ਡਾਕਟਰ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ, ਔਰ ਤੁਹਾਡਾ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ, ਔਰ ਤੁਹਾਡਾ ਵਿਚਾਰ ਜਿਹੜੇ ਹੈ ਉਹ ਸਾਡੇ ਤੱਕ ਜ਼ਰੂਰ ਪੁੱਜਣ, ਤਾਂ ਜੋ ਸਾਨੂੰ ਹੌਸਲਾ ਰਵੇ ਕਿ ਤੁਸੀਂ ਸਾਡੇ ਪ੍ਰੋਗਰਾਮ ਦੇ ਉੱਤੇ ਬਰੀਕੀ ਨਾਲ ਨਿਗਾਹ ਰੱਖਦੇ ਹੋ। ਸੋ ਇਸ ਕਰਕੇ ਸਾਡਾ ਪੇਜ ਹੈ ਰੇਡੀਓ ਇੰਡੀਆ ਫੇਸਬੁੱਕ ਦੇ ਉੱਪਰ, ਉਹਦੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਇਹ ਜ਼ਰੂਰ ਆਪਣੇ ਵਿਚਾਰ ਦਰਜ ਕਰਿਓ ਜੇ। ਸੋ ਇਸ ਦੇ ਨਾਲ ਹੀ ਮੈਨੂੰ, ਕਿਉਂਕਿ ਸਮਾਂ ਹੋ ਗਿਆ, ਬਲਦੇਵ ਸਿੰਘ ਭਾਮ ਨੂੰ ਵੀ ਦਿਓ ਇਜਾਜ਼ਤ। ਕੱਲ ਨੂੰ ਪੰਜਾਬੀ ਆਵਾਜ਼ ਦੇ ਵਿੱਚ ਹੋਰ ਵਿਸ਼ੇ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਜਿਉਂਦੇ ਵਸਦੇ ਰਹੋ ਜੀ।